ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀਓ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗ ਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਹੋਇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਹੇਲਾ ਅਮੋਲਾ ਤਕੈ ਤਾਹਿ ਮਾਰੈ। ਦਇਓ ਬੀਤ ਆਗੋ ਸਤਾਬੀ ਪ੍ਰਹਾਰੈ। ਰਿਦੇ ਭਾਲ ਮੈਂ ਤੀਰ ਲਾਗੀ ਕਨੇਰੇ। ਗਿਰਿਓ ਜੰਗ ਖੇਤੰ ਹਦਿਓ ਤਾਹੇ ਬੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰਤਾ ਗੱਦੀ ਤੇ ਸੁਭਾਈਮਾਨ ਸਰਬ ਮਾਨਵਤਾ ਦੇ ਰਹਿਬਰ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਜੁੜ ਕਰਕੇ ਸੰਧਿਆ ਦੇ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਸਤ ਸੰਗੀ ਜਨੋ ਵਡਭਾਗੇ ਹੋ। ਜੋ ਨੇਮ ਦੇ ਨਾਲ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਦੇ ਵਿੱਚ ਜੁੜ ਬੈਠਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਪਾਵਨ ਬਖਸ਼ਿਸ਼ਾਂ ਮਹਾਰਾਜ ਨਥਾਣੀ ਦੀ ਧਰਤੀ ਦੇ ਉੱਪਰ ਸੁਭਾਈਮਾਨ ਹਨ। ਜਿੱਥੇ ਕਿ ਲਲਾ ਬੇਗ 35,000 ਫੌਜਾਂ ਲੈ ਕਰਕੇ ਪਹੁੰਚਿਆ ਔਰ ਸਾਧ ਸੰਗਤ ਇੱਕ ਇੱਕ ਕਰਕੇ ਲਲਾ ਬੇਗ ਦੇ ਜਿਹੜੇ ਸਾਰੇ ਮੋਢੀ ਜਰਨੈਲ ਸਨ, ਇਹਦੇ ਭਰਾ, ਇਹਦਾ ਭਾਣਜਾ, ਇਹਦੇ ਪੁੱਤਰ, ਉਹ ਮੈਦਾਨੇ ਜੰਗ ਦੇ ਵਿੱਚ ਮਾਰੇ ਗਏ।
ਜਦੋਂ ਲਲਾ ਬੇਗ ਦੇ ਦੋਨੋਂ ਪੁੱਤਰ ਮੈਦਾਨੇ ਜੰਗ ਦੇ ਅੰਦਰ ਮਾਰੇ ਜਾਂਦੇ ਹਨ, ਬੜਾ ਹਤਾਸ਼ ਹੁੰਦਾ। ਅੱਖਾਂ ਦੇ ਵਿੱਚੋਂ ਅੱਥਰੂ ਵਗ ਤੁਰਦੇ ਨੇ। ਉੱਥੇ ਫਿਰ ਇਹਦੇ ਨੇੜੇ ਖਲੋਤਾ ਇੱਕ ਤੁਰਕ ਸੈਨਿਕ ਫੈਜ਼ ਖਾਨ, ਉਹ ਇਹਨੂੰ ਸਮਝਾਉਂਦਾ ਵੀ ਲਲਾ ਬੇਗ ਸੂਰਮਿਆਂ ਦਾ ਕੰਮ ਨਹੀਂ ਮੈਦਾਨੇ ਜੰਗ ਦੇ ਅੰਦਰ ਅੱਥਰੂ ਕੇਰਨਾ। ਸੂਰਮਿਆਂ ਦਾ ਕੰਮ ਹੁੰਦਾ ਮੈਦਾਨੇ ਜੰਗ ਦੇ ਅੰਦਰ ਜਾਂ ਮਰਨਾ ਜਾਂ ਮਾਰਨਾ। ਵੀ ਤੇਰੇ ਤੇ ਇਤਬਾਰ ਕਰ, ਤੈਨੂੰ ਬਾਦਸ਼ਾਹ ਨੇ ਭੇਜਿਆ, ਹੁਣ ਆਪਣੇ ਸ਼ਸਤਰ ਸੰਭਾਲ ਤੇ ਰਣ ਖੇਤਰ ਦੇ ਅੰਦਰ ਆਪਣੀ ਤਲਵਾਰ ਦੇ ਜੌਹਰ ਵਿਖਾਉਣੇ ਕਰ। ਲਲਾ ਬੇਗ ਰਣ ਖੇਤਰ ਦੇ ਅੰਦਰ ਪਹੁੰਚਦਾ ਹੈ। ਰਣ ਖੇਤਰ ਦੇ ਅੰਦਰ ਜਿਹੜਾ ਗੁਰੂ ਕਾ ਪਿਆਰਾ ਸਿੱਖ ਹੈ ਭਾਈ ਜੇਠਾ, ਉਹ ਜੂਝਦਿਆਂ ਸ਼ਹੀਦ ਹੋ ਜਾਂਦਾ। ਮਨ ਵਿੱਚ ਲਲਾ ਬੇਗ ਸੋਚਦਾ ਹੈ ਵੀ ਜਿਵੇਂ ਇਹ ਜਿਹੜਾ ਗੁਰੂ ਦਾ ਸਿੱਖ ਸੈਨਿਕ ਹੈ, ਇਹਨੂੰ ਅਸੀਂ ਘੇਰ ਕੇ ਖਤਮ ਕੀਤਾ ਹੈ, ਇਸ ਤਰ੍ਹਾਂ ਕਿਤੇ ਗੁਰੂ ਹਰਗੋਬਿੰਦ ਸਾਹਿਬ ਘੇਰੇ ਵਿੱਚ ਆਉਣ ਤੇ ਅਸੀਂ ਉਹਨੂੰ ਵੀ ਘੇਰ ਕੇ ਪਕੜ ਲਈਏ। ਇੱਧਰ ਸੱਚੇ ਪਾਤਸ਼ਾਹ ਜਿਹੜੇ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਨੇ, ਮਹਾਰਾਜ ਆਪ ਫਿਰ ਸੁਹੇਲੇ ਘੋੜੇ 'ਤੇ ਸਵਾਰ ਹੋ ਰਣ ਖੇਤਰ ਦੇ ਅੰਦਰ ਉਤਰਦੇ ਨੇ। ਰਾਏ ਜੋਧ ਵੀ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਵੀ ਪਾਤਸ਼ਾਹ ਮੈਨੂੰ ਮੈਦਾਨੇ ਜੰਗ ਦੇ ਅੰਦਰ ਭੇਜਣਾ ਕਰੋ। ਮਹਾਰਾਜ ਕਹਿੰਦੇ ਵੀ ਨਹੀਂ, ਤੁਸੀਂ ਦੂਰ ਤੋਂ ਮੈਦਾਨੇ ਜੰਗ ਦੇ ਨਜ਼ਾਰੇ ਨੂੰ ਵੇਖੋ। ਬਾਬਾ ਬਿਧੀ ਚੰਦ ਸਾਹਿਬ ਵੀ ਬਚਨ ਕਹਿੰਦੇ ਨੇ, ਸਤਿਗੁਰੂ ਬਾਬਾ ਬਿਧੀ ਚੰਦ ਸਾਹਿਬ ਨੂੰ ਵੀ ਇਨਕਾਰ ਕਰ ਦਿੰਦੇ ਨੇ। ਅਖੀਰ ਮਹਾਰਾਜ ਫਿਰ ਆਪ ਜਦੋਂ ਰਣ ਖੇਤਰ ਵਿੱਚ ਆਉਂਦੇ ਨੇ, ਧਨੁੱਖ 'ਤੇ ਚਾੜ੍ਹ ਕੇ ਤਿੱਖੇ ਤੀਰਾਂ ਦੀ ਵਰਖਾ ਕਰਦੇ ਨੇ ਤੇ ਜਿਹੜਾ ਮੁਕਾਬਲਾ ਇੱਕ ਪਾਸਾ ਹੋ ਜਾਂਦਾ। ਉਸ ਸਮੇਂ ਲਲਾ ਬੇਗ ਸਤਿਗੁਰੂ ਜੀ ਦੇ ਘੋੜੇ ਦੇ ਉੱਪਰ ਤਿੱਖੇ ਤੀਰਾਂ ਦੀ ਵਰਖਾ ਗੋਲੀਆਂ ਚਲਾਉਂਦਾ ਹੈ। ਸਤਿਗੁਰੂ ਮਹਾਰਾਜ ਲਲਾ ਬੇਗ ਦੇ ਘੋੜੇ ਦੇ ਉੱਪਰ ਨਿਸ਼ਾਨਾ ਬੰਨ੍ਹ ਕੇ ਤੀਰ ਚਲਾਉਂਦੇ ਨੇ। ਲਲਾ ਬੇਗ ਦਾ ਘੋੜਾ ਜ਼ਮੀਨ ਦੇ ਉੱਪਰ ਡਿੱਗ ਪੈਂਦਾ, ਮਾਰਿਆ ਜਾਂਦਾ ਹੈ ਤੇ ਲਲਾ ਬੇਗ ਆਪ ਘੋੜੇ ਤੋਂ ਰਹਿਤ ਹੋ ਜਾਂਦਾ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਸੁਹੇਲੇ ਘੋੜੇ 'ਤੇ ਸਵਾਰ ਹਨ, ਉਹ ਘੋੜਾ ਜਿਸ ਉੱਪਰ ਤੁਰਕ ਸੈਨਿਕ ਬਹੁਤ ਵਾਰ ਕਰ ਰਹੇ ਨੇ, ਆਓ ਸੁਰਤ ਦੀ ਇਕਾਗਰਤਾ ਬਣਾਈਏ। ਚੱਲ ਰਹੇ ਪ੍ਰਕਰਨ ਦੇ ਅਨੁਸਾਰੀ ਅਧਿਆਏ 53ਵਾਂ ਚੱਲ ਰਿਹਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਉਪਮਾ ਸਰਵਣ ਕਰੀਏ। ਤਕੈ ਤਾਹਿ ਮਾਰੈ, ਦਇਓ ਬੀਤ ਆਗੋ ਸਤਾਬੀ ਪ੍ਰਹਾਰੈ। ਸਾਧ ਸੰਗਤ ਜਿਹੜਾ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਆਂ ਦਾ ਸੁਹੇਲਾ ਘੋੜਾ, ਬੜਾ ਅਮੋਲਕ ਘੋੜਾ, ਜਿਹਦੇ ਅੰਦਰ ਬੜੀਆਂ ਖੂਬੀਆਂ ਹਨ, ਉਹ ਘੋੜੇ ਵੱਲ ਲਲਾ ਬੇਗ ਅਤੇ ਤੁਰਕ ਸੈਨਿਕ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਤੀਰ ਅਤੇ ਗੋਲੀਆਂ ਚਲਾਉਂਦੇ ਪਏ ਨੇ। ਛੇਤੀ ਛੇਤੀ ਵਾਰ ਕਰਕੇ ਨਾ ਸੁਹੇਲੇ ਘੋੜੇ ਨੂੰ ਤੁਰਕਾਂ ਨੇ ਉਸ ਸਮੇਂ ਮੈਦਾਨੇ ਜੰਗ ਦੇ ਅੰਦਰ ਵਿੰਨ ਦਿੱਤਾ ਹੈ। ਰਿਤਿ ਭਾਲ ਮੈਂ ਤੀਰ ਲਾਗੇ ਕਨੇਰੇ, ਗਿਰਿਓ ਜੰਗ ਖੇਤੰ ਹਤਿਓ ਤਾਹੇ ਬੇਰੇ। ਸੁਹੇਲੇ ਘੋੜੇ ਦੇ ਮੱਥੇ ਦੇ ਵਿੱਚ ਵੀ ਬੜੇ ਤੀਰ ਵੱਜੇ ਨੇ। ਅਖੀਰ ਸੁਹੇਲਾ ਘੋੜਾ ਰਣ ਖੇਤਰ ਦੇ ਅੰਦਰ ਡਿੱਗ ਪਿਆ ਤੇ ਸਾਧ ਸੰਗਤ ਸੁਹੇਲੇ ਘੋੜੇ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਵੱਡੇ ਭਾਗ ਜਾ ਕੇ ਗੁਰੂ ਅੰਗ ਸੰਗੇ, ਮਿਲੇ ਹੋਰ ਰਹੇ ਪ੍ਰਾਨ ਤਿਆਗੇ ਤਰੰਗੇ। ਮਹਾਕਵੀ ਭਾਈ ਸੰਤੋਖ ਸਿੰਘ ਚੂੜਾਮਣੀ ਜੀ ਲਿਖਦੇ ਨੇ, ਕਹਿੰਦੇ ਵਡਭਾਗਾ ਘੋੜਾ ਜਿਹਨੂੰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸੰਗ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ।
ਤੇ ਗੁਰੂ ਮਹਾਰਾਜ ਜੀ ਦੇ ਅੰਗ ਸੰਗ ਰਹਿੰਦਿਆਂ ਹੀ ਇਸ ਘੋੜੇ ਨੇ ਆਪਣੇ ਪ੍ਰਾਣ ਤਿਆਗਣੇ ਕੀਤੇ। ਗਇਓ ਦੇਵ ਲੋਕੰ ਤਜੇ ਸੋਕ ਮੋਕੰ, ਨਹੀਂ ਫੇਰ ਫੇਰੀ ਜੰਗੰ ਵਿੱਚ ਹੋਕੰ। ਸਤਿਗੁਰੂ ਜੀ ਦੀਆਂ ਪਾਵਨ ਬਖਸ਼ਿਸ਼ਾਂ, ਮਹਾਰਾਜ ਜੀ ਦੀ ਪਾਵਨ ਕਿਰਪਾਲਤਾ ਸਦਕਾ ਉਹ ਇਸ ਸੰਸਾਰ ਦੇ ਵਿੱਚੋਂ ਸਰੀਰ ਤਿਆਗ ਕਰਕੇ ਸਵਰਗ ਲੋਕ ਨੂੰ ਚਲਾ ਗਿਆ ਹੈ। ਹੁਣ ਗੁਰੂ ਦੀ ਸੇਵਾ ਕਰਨ ਕਰਕੇ ਹੁਣ ਉਹਦਾ ਜਗਤ ਦੇ ਵਿੱਚ ਜਿਹੜਾ ਆਉਣ ਜਾਣ ਦਾ ਫੇਰਾ ਹੈ ਉਹ ਖਤਮ ਹੋ ਗਿਆ ਹੈ। ਵਿਧੀ ਚੰਦ ਸਿਕਰੰ ਕਹਿਓ ਹੋਏ ਨੇਰੇ, ਚੜਿਓ ਔਰ ਕੋਰੇ ਪ੍ਰਭੂ ਜਾਹੇ ਬੇਰੇ। ਜਦੋਂ ਬਾਬਾ ਵਿਧੀ ਚੰਦ ਸਾਹਿਬ ਨੇ ਵੇਖਿਆ ਵੀ ਸਤਿਗੁਰੂ ਜੀ ਦਾ ਜਿਹੜਾ ਘੋੜਾ ਸੀ ਸੁਹੇਲਾ, ਉਹਨੂੰ ਤੁਰਕਾਂ ਨੇ ਮਾਰ ਦਿੱਤਾ ਹੈ, ਜ਼ਮੀਨ ਦੇ ਉੱਪਰ ਡਿੱਗ ਪਿਆ। ਬਾਬਾ ਵਿਧੀ ਚੰਦ ਸਾਹਿਬ ਸਤਿਗੁਰੂ ਜੀ ਦੇ ਨੇੜੇ ਹੋ ਕਰਕੇ ਉੱਚੀ ਆਵਾਜ਼ ਵਿੱਚ ਆਖਣ ਲੱਗੇ, ਸੱਚੇ ਪਾਤਸ਼ਾਹ ਆਪ ਕਿਰਪਾਲਤਾ ਕਰੋ, ਇਸ ਵੇਲੇ ਕਿਸੇ ਹੋਰ ਘੋੜੇ ਦੇ ਉੱਪਰ ਸਵਾਰ ਹੋ ਜਾਵੋ। ਗੁਰੂ ਧਰਮ ਜੁਦੰ ਵਿਚਾਰਿਓ ਉਚਾਰੇ, ਖਰੋ ਅਗਰ ਬੈਰੀ ਹਤੰ ਤਾਹੇ ਮਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਯੁੱਧ ਦੇ ਅੰਦਰ ਆਪਣੇ ਧਰਮ ਨੂੰ ਵਿਚਾਰਦਿਆਂ ਆਖਣਾ ਕੀਤਾ, ਕਹਿਣ ਲੱਗੇ ਵੀ ਸਾਡੇ ਅੱਗੇ ਜਿਹੜਾ ਸਾਡਾ ਤੁਰਕ ਵੈਰੀ ਹੈ ਉਹ ਖਲੋਤਾ ਹੈ, ਉਹਨਾਂ ਨੇ ਸਾਡੇ ਘੋੜੇ ਨੂੰ ਜੰਗੇ ਮੈਦਾਨ ਦੇ ਅੰਦਰ ਮਾਰ ਦਿੱਤਾ ਹੈ। ਨਹੀਂ ਔਰ ਲੀਨੋ ਪ੍ਰਿਥੀ ਵਿੱਚ ਠਾਂਡੋ, ਇਹ ਸਮੁਖ ਜੰਗ ਕੋ ਚਾਵ ਬਾਂਡੋ। ਵੀ ਅਸੀਂ ਹੁਣ ਰਣ ਖੇਤਰ ਦੇ ਅੰਦਰ ਹੋਰ ਘੋੜਾ ਲੈਣਾ ਨਹੀਂ ਕਰਾਂਗੇ, ਸਗੋਂ ਪ੍ਰਿਥਵੀ ਦੇ ਉੱਪਰ ਧਰਤੀ ਦੇ ਉੱਪਰ ਖੜੇ ਹੋ ਕਰਕੇ ਹੀ ਇਸੇ ਤਰ੍ਹਾਂ ਜੰਗ ਕਰਾਂਗੇ। ਤਾਹਾਂ ਜਾਨ ਮੋਹੀ ਅਰੂੜੈ ਨ ਕੋਰੈ, ਅਬੈ ਜੰਗ ਖਗੰ ਕਰੈ ਪੀਰ ਕੋਰੈ। ਵੀ ਮੈਨੂੰ ਇਸੇ ਤਰ੍ਹਾਂ ਜਾਣਨਾ ਕਰੋ, ਸਾਡੇ ਚਿੱਤ ਦੇ ਵਿੱਚ ਇਸੇ ਤਰ੍ਹਾਂ ਧਰਤੀ ਦੇ ਉੱਪਰ ਖੜੇ ਹੋ ਕੇ ਜੰਗ ਕਰਨ ਦਾ ਵੱਡਾ ਉਤਸ਼ਾਹ ਬਣਿਆ ਹੋਇਆ। ਅਸੀਂ ਘੋੜੇ ਤੇ ਸਵਾਰ ਨਹੀਂ ਹੋਣਾ, ਹੁਣ ਇਸੇ ਤਰ੍ਹਾਂ ਰਣ ਖੇਤਰ ਦੇ ਵਿੱਚ ਇਹਨਾਂ ਤੁਰਕਾਂ ਦੇ ਨਾਲ ਭਿਆਨਕ ਭੇੜ ਕਰਾਂਗੇ। ਕਹਿਓ ਬਾਕ ਐਸੋ ਭਈ ਫਿਰ ਸੋ ਹੈ, ਕਰਾ ਚੋਲ ਐਂਜਿਓ ਕਰੀ ਬੰਕ ਜੁਪੂ ਹੈ। ਸਤਿਗੁਰੂ ਜੀ ਨੇ ਇਹੋ ਜਿਹੇ ਬਚਨ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਆਖਣੇ ਕੀਤੇ ਵੀ ਅਸੀਂ ਹੁਣ ਘੋੜੇ ਤੇ ਸਵਾਰ ਨਹੀਂ ਹੋਣਾ, ਅਸੀਂ ਇਸੇ ਤਰ੍ਹਾਂ ਹੁਣ ਪ੍ਰਿਥਵੀ ਦੇ ਉੱਪਰ ਖੜੇ ਹੋ ਕੇ ਇਹਨਾਂ ਤੁਰਕਾਂ ਦੇ ਨਾਲ ਦੋ ਹੱਥ ਕਰਨੇ ਨੇ, ਭਿਆਨਕ ਜੰਗ ਕਰਨਾ। ਇੰਨੇ ਬਚਨ ਆਖ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਮਹਾਰਾਜ ਸਾਹਮਣੇ ਹੋ ਗਏ। ਦਤਾਰ ਨੇ ਆਪਣੀ ਤਲਵਾਰ ਖਿੱਚ ਲਈ, ਆਪਣੀਆਂ ਭਵਾਂ ਉੱਪਰ ਚੜਾਈਆਂ, ਭਾਵ ਬਹੁਤ ਰੋਸ ਦੇ ਨਾਲ ਸਤਿਗੁਰੂ ਜੀ ਭਰ ਗਏ ਹਨ। ਲਲਾ ਬੇਗ ਕੀ ਅਗਰ ਆਇਓ ਪਠਾਨਾ, ਮਹਾਕੋਪ ਕੀ ਸੰਗ ਤਾਂ ਕੈ ਬਖਾਨਾ। ਹੁਣ ਇੱਕ ਪਾਸੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਧਰਤੀ ਦੇ ਉੱਪਰ ਆਪਣੀ ਕਿਰਪਾਨ ਨੂੰ ਬੇਮਿਆਨ ਕਰਕੇ ਖਲੋਤੇ ਨੇ, ਦੂਸਰੇ ਪਾਸੇ ਲਲਾ ਬੇਗ ਖਲੋਤਾ। ਹੁਣ ਲਲਾ ਬੇਗ ਦੇ ਸਾਹਮਣੇ ਜਦੋਂ ਇੱਕ ਪਠਾਨ ਸੈਨਿਕ ਨੇ ਆਉਣਾ ਕੀਤਾ ਤੇ ਲਲਾ ਬੇਗ ਨੇ ਉਸ ਪਠਾਨ ਸੈਨਿਕ ਨੂੰ ਬਹੁਤ ਗੁੱਸੇ ਦੇ ਵਿੱਚ ਇਹ ਬਾਤ ਆਖਣੀ ਕੀਤੀ। ਗੁਰੂ ਔਰ ਮੋਰੇ ਨਾ ਬੀਚੰ ਪਰਿਜੈ, ਟਰੋ ਆਨ ਥਾਨੰ ਮਰੀਜੈ ਕੇ ਜੀਜੈ। ਕਹਿਣ ਲੱਗਾ ਵੀ ਗੁਰੂ ਅਤੇ ਮੇਰੇ ਵਿਚਕਾਰ ਹੁਣ ਹੋਰ ਕੋਈ ਸੈਨਿਕ ਆਉਣਾ ਨਾ ਕਰੋ, ਕਿਸੇ ਹੋਰ ਥਾਂ ਦੇ ਉੱਪਰ ਚਲੇ ਜਾਓ। ਮੈਂ ਹੁਣ ਗੁਰੂ ਦੇ ਨਾਲ ਜੰਗ ਕਰਾਂਗਾ, ਜਾਂ ਮਰਾਂਗਾ ਜਾਂ ਜੀਵਾਂਗਾ। ਹੁਣ ਮੇਰੇ ਜੀਵਨ ਦਾ ਬਸ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਮਨੋਰਥ ਹੈ। ਇਨੋ ਸੰਗ ਜੰਗੰ ਕਰੋ ਆਪ ਆਛਾ, ਮਰੋ ਕੀ ਸੰਗਾਰੋ ਨਹੀਂ ਆਨ ਬਾਂਛਾ। ਵੀ ਮੈਂ ਹੁਣ ਗੁਰੂ ਦੇ ਨਾਲ ਹੀ ਰਣ ਖੇਤਰ ਦੇ ਅੰਦਰ ਚੰਗਾ ਜੰਗ ਕਰਾਂਗਾ, ਜਾਂ ਤਾਂ ਰਣ ਖੇਤਰ ਦੇ ਅੰਦਰ ਗੁਰੂ ਦੇ ਨਾਲ ਜੰਗ ਕਰਦਿਆਂ ਗੁਰੂ ਦੇ ਹੱਥੋਂ ਮਾਰਾ ਜਾਵਾਂਗਾ,
ਜਾਂ ਗੁਰੂ ਨੂੰ ਮਾਰ ਲਵਾਂਗਾ, ਇਹਦੋਂ ਇਲਾਵਾ ਮੇਰੀ ਹੁਣ ਕੋਈ ਹੋਰ ਇੱਛਾ ਨਹੀਂ ਹੈ। ਕਿਦੋ ਸਾਹੋ ਕੀ ਬਾਜ ਲੈ ਕੇ ਚਲੈਂਗੇ, ਕਿਦੋ ਪ੍ਰਾਨ ਦੈ ਸੰਗ ਧੂਲੀ ਮਿਲੈਂਗੇ। ਵੀ ਹੁਣ ਤਾਂ ਬਸ ਚਿੱਤ ਦੇ ਅੰਦਰ ਇੱਕੋ ਗੱਲ ਧਾਰੀ ਹੈ ਵੀ ਜਾਂ ਤਾਂ ਬਾਦਸ਼ਾਹ ਦੇ ਘੋੜੇ ਲੈ ਕੇ ਲਾਹੌਰ ਨੂੰ ਵਾਪਸ ਜਾਣਾ, ਜਾਂ ਇੱਥੇ ਹੀ ਰਣ ਖੇਤਰ ਦੇ ਅੰਦਰ ਲੜਦਿਆਂ ਹੋਇਆਂ ਪ੍ਰਾਣ ਤਿਆਗ ਕੇ ਇੱਥੇ ਹੀ ਮਿੱਟੀ ਦੇ ਵਿੱਚ ਮਿਲ ਜਾਣਾ ਹੈ। ਖਰੋ ਦੂਰ ਹਵੈ ਕੈ ਤਮਾਸੂ ਪਖੀਜੈ, ਕਿਦੋਂ ਔਰ ਜੋਦਾਨ ਕੋ ਜੁਦ ਕਰੀਜੈ। ਤੇ ਲਲਾ ਬੇਗ ਨੇ ਨਾ ਆਪਣੇ ਤੁਰਕ ਪਠਾਨ ਸੈਨਿਕਾਂ ਨੂੰ ਵੰਗਾਰ ਕੇ ਆਖਿਆ, ਕਹਿਣ ਲੱਗਾ ਵੀ ਜਾਂ ਤਾਂ ਪਾਸੇ ਖੜੇ ਹੋ ਕੇ ਰਣ ਖੇਤਰ ਦੇ ਤਮਾਸ਼ੇ ਨੂੰ ਵੇਖਣਾ ਕਰੋ, ਜਾਂ ਹੋਰ ਯੋਧਿਆਂ ਦੇ ਨਾਲ ਜੰਗ ਕਰੋ। ਹੁਣ ਮੇਰਾ ਤੇ ਗੁਰੂ ਦਾ ਜੰਗ ਹੋਏਗਾ, ਸਾਡੇ ਵਿਚਕਾਰ ਕਿਸੇ ਹੋਰ ਨੇ ਨਹੀਂ ਆਉਣਾ। ਤਿਸੀ ਰੀਤ ਸਾਰੇ ਗੁਰੂ ਜੀ ਹਟਾਏ, ਮਚੋ ਦੁੰਦ ਜੁਦੰ ਕਿਰਪਾਨੰ ਚਲਾਏ। ਜਿਵੇਂ ਲਲਾ ਬੇਗ ਨੇ ਆਪਣੇ ਤੁਰਕ ਪਠਾਨ ਜਿਹੜੇ ਸੈਨਿਕ ਸਨ ਉਹਨਾਂ ਨੂੰ ਪਾਸੇ ਕਰ ਦਿੱਤਾ, ਉਸੇ ਰੀਤੀ ਨੂੰ ਨਿਭਾਉਂਦਿਆਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਵੀ ਆਪਣੇ ਜਿਹੜੇ ਸਿੱਖ ਸੈਨਿਕ ਸਨ ਉਹਨਾਂ ਸਾਰਿਆਂ ਨੂੰ ਪਿਛਾਂ ਕਰ ਦਿੱਤਾ ਤੇ ਆਖਣਾ ਕੀਤਾ ਕਿ ਭਾਈ ਹੁਣ ਸਾਡੇ ਵਿਚਕਾਰ ਨਹੀਂ ਆਉਣਾ, ਅਸੀਂ ਰਣ ਖੇਤਰ ਦੇ ਅੰਦਰ ਇਕੱਲੇ ਹੀ ਲਲਾ ਬੇਗ ਦੇ ਨਾਲ ਯੁੱਧ ਕਰਾਂਗੇ। ਤੇ ਦਤਾਰ ਨੇ ਆਪਣੀ ਕਿਰਪਾਨ ਦੇ ਨਾਲ ਸਾਧ ਸੰਗਤ ਫਿਰ ਬਹੁਤ ਭਿਆਨਕ ਦਵੰਦ ਯੁੱਧ ਮਚਾਉਣਾ ਕੀਤਾ। ਕਬੈ ਨਿਰ ਟੂਕੈ ਕਬੈ ਦੂਰ ਹੋਵੈ, ਦੋਹ ਵੀਰ ਬਾਂਕੇ ਹਤੈ ਘਾਤ ਜੋਵੈ। ਰਣ ਖੇਤਰ ਦੇ ਅੰਦਰ ਇੱਕ ਪਾਸੇ ਕਾਬਲ ਦਾ ਹਾਕਮ ਲਲਾ ਬੇਗ, ਦੂਜੇ ਪਾਸੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਲੜਦਿਆਂ ਲੜਦਿਆਂ ਕਦੇ ਨੇੜੇ ਢੁੱਕ ਜਾਂਦੇ ਨੇ ਤੇ ਕਦੇ ਸਾਧ ਸੰਗਤ ਦੂਰ ਚਲੇ ਜਾਂਦੇ ਨੇ। ਦੋਵੇਂ ਬਾਂਕੇ ਸੂਰਮੇ ਇੱਕ ਦੂਸਰੇ ਨੂੰ ਮਾਰਨ ਵਾਸਤੇ ਅਨੇਕਾਂ ਦਾ ਰਣ ਖੇਤਰ ਵਿੱਚ ਲਾ ਰਹੇ ਹਨ। ਦੋਹ ਕੀਰਤੀ ਚਾਹੈ ਚੋਪੈ ਜੁਝਾਰੇ, ਦੋਹ ਸੈਨ ਕੀ ਸੂਰ ਸੁਆਮੀ ਉਦਾਰੇ। ਦੋਨੋਂ ਹੀ ਜਿਹੜੇ ਸੂਰਮੇ ਨੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲਲਾ ਬੇਗ ਦੋਨੋਂ ਚਾਹੁੰਦੇ ਹਨ ਵੀ ਸਾਡਾ ਜਸ ਸੰਸਾਰ ਦੇ ਵਿੱਚ ਹੋਵੇ। ਬੜੇ ਸ਼ੌਂਕ ਦੇ ਨਾਲ ਲੜਦੇ ਪਏ ਨੇ ਤੇ ਦੋਵੇਂ ਹੀ ਵੱਡੀਆਂ ਸੈਨਾਵਾਂ ਦੇ ਸੂਰਮੇ ਸੈਨਾਪਤੀ ਹਨ। ਵਿਜੈ ਬਾਂਸ ਦੋਹੂ ਰਸਮ ਵੀਰ ਪੀਨੇ, ਦੋਹੂ ਸ਼ਾਸਤਰ ਵਿਦਿਆ ਕਮਾਈ ਪਰਬੀਨੇ। ਲਲਾ ਬੇਗ ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੋਨੋਂ ਜਿੱਤ ਚਾਹੁੰਦੇ ਨੇ ਵੀ ਜਿੱਤ ਸਾਡੀ ਹੋਵੇ। ਵੀਰ ਰਸ ਦੇ ਅੰਦਰ ਭਿੱਜੇ ਹੋਏ ਦੋਵੇਂ ਹੀ ਆਪਣੀ ਸ਼ਸਤਰ ਵਿਦਿਆ ਦੇ ਵਿੱਚ ਵੱਡੇ ਨਿਪੁੰਨ ਕਮਾਈ ਕਰਨ ਵਾਲੇ ਹਨ। ਦੋਹੂ ਜੁੱਧ ਜੇਤਾ ਕਨੈ ਜੰਗ ਕੀਨੇ, ਹਯੰਹੀਨ ਦੋਨੋਂ ਰਣ ਧਰਮ ਚੀਨੇ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਇਦੋਂ ਪਹਿਲਾਂ ਜਿਹੜੀਆਂ ਜੰਗਾਂ ਲੜੀਆਂ ਜਿੱਤੀਆਂ ਤੇ ਕਾਬਲ ਦੇ ਹਾਕਮ ਲਲਾ ਬੇਗ ਨੇ ਵੀ ਜਿਹੜੀਆਂ ਜੰਗਾਂ ਲੜੀਆਂ ਜਿੱਤੀਆਂ। ਦੋਵੇਂ ਹੀ ਯੁੱਧਾਂ ਦੇ ਜੇਤੂ ਜਰਨੈਲ ਨੇ। ਅਨੇਕਾਂ ਜੰਗਾਂ ਦੇ ਵਿੱਚ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਯੁੱਧ ਦਾ ਧਰਮ ਜਾਣਦਿਆਂ ਹੋਇਆਂ ਹੁਣ ਘੋੜਿਆਂ ਤੋਂ ਬਗੈਰ ਜ਼ਮੀਨ ਦੇ ਉੱਪਰ ਦੋ ਦੋ ਹੱਥ ਕਰ ਰਹੇ ਹਨ। ਦੋ ਦਾਵ ਤਾਕੈ ਅਰੈ ਆਪ ਮਾਹੀ, ਮਨੋ ਸਿਰ ਦੋਨੋਂ ਮਿਟੈ ਪਾਹੇ ਨਾਹੀ। ਦੋਵੇਂ ਹੀ ਜੰਗ ਦੇ ਦਾ ਪੇਚ ਜਾਣਦਿਆਂ ਆਪਸ ਦੇ ਵਿੱਚ ਅੜ ਜਾਂਦੇ ਨੇ। ਮਾਨੋ ਦੋ ਸ਼ੇਰ ਹਨ, ਜਦੋਂ ਆਪਸ ਦੇ ਵਿੱਚ ਭੇੜ ਹੁੰਦਾ ਇੱਕ ਵੀ ਜਣਾ ਆਪਣੇ ਪੈਰ ਪਿਛਾ ਨਹੀਂ ਹਟਾਉਂਦਾ। ਰੂਪੇ ਵੀਰ ਦੋਨੋਂ ਗਜਨ ਰਾਜ ਭਾਰੇ, ਵੱਡੇ ਦੰਤ ਧਾਰੀ ਮਹਾ ਸੋਭ ਵਾਰੇ। ਮਾਨੋ ਸਾਧ ਸੰਗਤ ਦੋਨੋਂ ਹਾਥੀਆਂ ਦੇ ਸਰਦਾਰ ਗਜਰਾਜ ਦੇ ਵਾਂਗੂ
ਆਪਸ ਦੇ ਵਿੱਚ ਬੜੇ ਜ਼ੋਰ ਦੇ ਨਾਲ ਭੇੜ ਕਰ ਰਹੇ ਹਨ। ਦੋਹੋਂ ਢਾਲ ਟੋਈ ਟਕਾ ਟੂਕ ਕੀਨੀ, ਦੋਹੋਂ ਖਗ ਤਾਰੀ ਮਤੀ ਕੋਪ ਪੀਨੀ। ਦੋਨੋਂ ਆਪੋ ਆਪਣੀ ਢਾਲ ਨੂੰ ਆਪਸ ਦੇ ਵਿੱਚ ਪੜਾਉਂਦੇ ਨੇ। ਜਦੋਂ ਢਾਲ ਆਪਸ ਦੇ ਵਿੱਚ ਭਿੜਦੀ ਹੈ, ਉੱਚੀ ਆਵਾਜ਼ ਸਾਧ ਸੰਗਤ ਸਾਰੇ ਰਣ ਖੇਤਰ ਦੇ ਅੰਦਰ ਗੂੰਜਦੀ ਹੈ। ਦੋਵਾਂ ਨੇ ਤਲਵਾਰਾਂ ਧਾਰਨ ਕੀਤੀਆਂ ਨੇ। ਦੋਨਾਂ ਦੀ ਜਿਹੜੀ ਬੁੱਧ ਹੈ ਉਹ ਵੱਡੇ ਕ੍ਰੋਧ ਦੇ ਅੰਦਰ ਭਿੱਜੀ ਹੋਈ ਹੈ। ਲਲਾ ਬੇਗ ਤਾਇਓ ਕਰਾ ਚੋਲ ਮਾਰਾ, ਗੁਰੂ ਢਾਲ ਪੈਲੀਨ ਓਜ ਸੰਭਾਰਾ। ਹੁਣ ਇੱਕ ਪਾਸੇ ਲਲਾ ਬੇਗ, ਇੱਕ ਪਾਸੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਦੋਨੋਂ ਯੁੱਧ ਕਲਾ ਦੇ ਵਿੱਚ ਨਿਪੁੰਨ ਨੇ। ਦੋਨਾਂ ਨੇ ਸ਼ਸਤਰ ਵਿਦਿਆ ਦਾ ਚੰਗਾ ਅਭਿਆਸ ਕੀਤਾ ਹੋਇਆ। ਬਾਰ-ਬਾਰ ਆਪਸ ਵਿੱਚ ਭਿੜਦੇ ਨੇ, ਫਿਰ ਦੂਰ ਚਲੇ ਜਾਂਦੇ ਨੇ, ਫਿਰ ਹੋ ਕੇ ਭੇੜ ਹੁੰਦਾ ਤੇ ਅਖੀਰ ਲਲਾ ਬੇਗ ਅੱਗੇ ਵਧਿਆ। ਲਲਾ ਬੇਗ ਨੇ ਅੱਗੇ ਵਧ ਕੇ ਆਪਣੀ ਤਲਵਾਰ ਦਾ ਵਾਰ ਕੀਤਾ ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲਲਾ ਬੇਗ ਦੇ ਵਾਰ ਨੂੰ ਆਪਣੇ ਢਾਲ ਦੇ ਉੱਤੇ ਸਹਾਰਨਾ ਕੀਤਾ। ਕਹਿਓ ਵਾਰ ਔਰੰ ਕਰੋ ਕਾਤ ਪੈ ਕੇ, ਪਿਸਾਰੀ ਬਿਸੂਰੈ ਗਿਰੈ ਮ੍ਰਿਤ ਹੈ ਕੈ। ਸਤਿਗੁਰੂ ਨੇ ਲਲਾ ਬੇਗ ਦੇ ਵਾਰ ਨੂੰ ਸੰਭਾਲਦਿਆਂ ਆਪਣੀ ਸ਼ਕਤੀ ਨੂੰ ਸੰਭਾਲਿਆ ਤੇ ਲਲਾ ਬੇਗ ਨੂੰ ਵੰਗਾਰ ਕੇ ਕਿਹਾ ਸੀ, ਲਲਾ ਬੇਗ ਦਾ ਲਾ ਕੇ ਹੋਰ ਵਾਰ ਕਰਨ ਦੀ ਇੱਛਾ ਹੈ ਕਰ ਲਵੋ, ਕਿਉਂਕਿ ਬਾਅਦ ਵਿੱਚ ਤਾਂ ਤੁਸੀਂ ਮ੍ਰਿਤੂ ਦੇ ਹਵਾਲੇ ਹੋ ਕੇ ਧਰਤੀ ਤੇ ਡਿੱਗ ਪੈਣਾ ਹੈ। ਦਲੇਰੀ ਗੁਰੂ ਕੀ ਮਹਾਨੀ ਪਛਾਨੀ, ਕਰੈ ਵਾਰ ਤੇ ਵਾਰ ਕੋ ਖਗ ਪਾਨੀ। ਜਦੋਂ ਲਲਾ ਬੇਗ ਨੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਸੁਣੇ, ਪਾਤਸ਼ਾਹ ਕਹਿਣ ਲੱਗੇ, ਲਲਾ ਬੇਗ ਹੋਰ ਵਾਰ ਕਰਨ ਦੀ ਇੱਛਾ ਹੈ ਕਰ ਲਵੋ, ਕਿਤੇ ਮਨ ਦੇ ਵਿੱਚ ਵਾਰ ਕਰਨ ਦੀ ਇੱਛਾ ਧਰੀ ਨਾ ਰਹਿ ਜਾਏ। ਲਲਾ ਬੇਗ ਨੇ ਸਤਿਗੁਰੂ ਜੀ ਦੀ ਦਲੇਰੀ ਨੂੰ ਪਛਾਣਿਆ। ਆਪਣੇ ਹੱਥ ਦੇ ਵਿੱਚ ਆਪਣੀ ਤਲਵਾਰ ਨੂੰ ਫੜ ਕੇ ਸਤਿਗੁਰੂ ਜੀ ਦੇ ਉੱਤੇ ਵਾਰ ਕਰਨ ਲੱਗਾ। ਪੁਨਮ ਸਿਗਰ ਸਾਥਮ ਕਰਿਓ ਨਿਰ ਆਇਓ, ਚਾਹਿਓ ਮਾਰਵੇ ਹਾਥ ਉੱਚੋ ਉਠਾਇਓ। ਬੜੀ ਫੁਰਤੀ ਦੇ ਨਾਲ ਲਲਾ ਬੇਗ ਵਾਰ ਕਰਦਾ ਹੋਇਆ ਸਤਿਗੁਰੂ ਜੀ ਦੇ ਨੇੜੇ ਆਇਆ। ਹੱਥ ਚੁੱਕ ਕੇ, ਹੱਥ ਉੱਚਾ ਚੁੱਕ ਕੇ ਸਤਿਗੁਰੂ ਜੀ ਨੂੰ ਮਾਰਨਾ ਚਾਹੁੰਦਾ ਹੈ। ਕਰੀ ਢਾਲ ਸੋ ਹੈ ਨਿਰਪੈ ਹੋਏ ਆਗੇ, ਗੁਰੂ ਜੀ ਚਲਾਇਓ ਹਿਰਦੈ ਕੋਪ ਜਾਗੇ। ਡਰ ਤੋਂ ਰਹਿਤ ਹੋ ਕੇ ਲਲਾ ਬੇਗ ਨੇ ਆਪਣੀ ਢਾਲ ਸਤਿਗੁਰੂ ਜੀ ਵੱਲ ਕੀਤੀ ਤੇ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹਿਰਦੇ ਦੇ ਅੰਦਰ ਵਿਸ਼ਾਲ ਕ੍ਰੋਧ ਧਾਰਨ ਕਰਦਿਆਂ ਤਲਵਾਰ ਦਾ ਵਾਰ ਕੀਤਾ। ਲਲਾ ਬੇਗ ਨੇ ਆਪ ਨਾਹੀ ਪ੍ਰਹਾਰਿਓ, ਗੁਰੂ ਵਾਰ ਤੇ ਸੰਗ ਅੰਗ ਸਾਰੇ ਉਬਾਰਿਓ। ਲਲਾ ਬੇਗ ਨੇ ਆਪ ਤਾਂ ਕੋਈ ਵਾਰ ਨਾ ਕੀਤਾ, ਸਗੋਂ ਸਤਿਗੁਰੂ ਜੀ ਵੱਲੋਂ ਕੀਤੇ ਹੋਏ ਵਾਰ ਤੋਂ ਆਪਣੇ ਸਰੀਰ ਨੂੰ ਬਚਾਉਣਾ ਕੀਤਾ। ਕਰੀ ਸਾਲ ਸਿਗਰੈ ਇਤ ਉਤ ਹੋਇਓ, ਪਹੁੰਚੇ ਗੁਰੂ ਜੀ ਗਇਓ ਦੂਰ ਜੋਇਓ। ਜਦੋਂ ਛਾਲ ਮਾਰ ਕੇ ਸੱਜੇ ਖੱਬੇ ਇੱਧਰ ਉੱਧਰ ਹੁੰਦਿਆਂ ਲਲਾ ਬੇਗ ਥੋੜਾ ਜਿਹਾ ਦੂਰ ਹੋਇਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਬੜੀ ਫੁਰਤੀ ਦੇ ਨਾਲ ਲਲਾ ਬੇਗ ਦੇ ਕੋਲ ਉੱਥੇ ਪਹੁੰਚ ਗਏ ਤੇ ਮਹਾਰਾਜ ਨੇ ਆਪਣੀ ਰਸਨਾ ਤੋਂ ਬਚਨ ਲਲਾ ਬੇਗ ਨੂੰ ਆਖਣੇ ਕੀਤੇ। ਖਰੋ ਹੋ ਗੀਦੀ ਕਹਾਂ ਜਾਨ ਪਾਵੈ, ਦਿਜੈ ਵਾਰ ਮੇਰੋ ਕਹਾਂ ਕੋ ਬਚਾਵੈ। ਸਤਿਗੁਰੂ ਕਹਿਣ ਲੱਗੇ ਲਲਾ ਬੇਗ ਨੂੰ, ਕਹਿੰਦੇ ਉਹ ਕਾਇਰਾ ਮੈਦਾਨੇ ਜੰਗ ਦੇ ਵਿੱਚ ਖੜਾ ਰਹੋ, ਹੁਣ ਕਿੱਥੇ ਮੈਦਾਨ ਛੱਡ ਕੇ ਭੱਜ ਕੇ ਜਾਣਾ ਕਰੇਗਾ। ਤੂੰ ਵਾਰ ਕੀਤੇ, ਅਸੀਂ ਤੇਰੇ ਵਾਰ ਸਹਾਰੇ, ਹੁਣ ਸਾਡੇ ਵਾਰ ਕਰਨ ਦਾ ਸਮਾਂ ਆਣ ਬਣਿਆ। ਸਾਡੇ ਕੀਤੇ ਹੋਏ ਵਾਰ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਕਰੇਗਾ। ਸੋਨੇ ਬੈਨ ਕੋ ਪਿਓ ਲਲਾ ਬੇਗ ਬੀਰੰ, ਥਿਰਿਓ ਫਿਰ ਐਸੇ ਹਿਰਦੈ ਧਾਰ ਧੀਰੰ। ਜਦੋਂ ਸਤਿਗੁਰੂ ਜੀ ਨੇ ਲਲਾ ਬੇਗ ਨੂੰ ਕਾਇਰ ਆਖਿਆ ਤੇ ਲਲਾ ਬੇਗ ਨੂੰ ਬੜਾ ਗੁੱਸਾ ਆਇਆ।
ਪਰ ਫਿਰ ਵੀ ਹਿਰਦੇ ਦੇ ਵਿੱਚ ਧੀਰਜ ਧਾਰ ਕੇ ਮੈਦਾਨੇ ਜੰਗ ਦੇ ਅੰਦਰ ਖੜਾ ਰਿਹਾ। ਭਇਓ ਸੋ ਮੋਹਿ ਜੋ ਬਿਖੀ ਹੋਏ ਪਾਰੋ, ਦਬੈ ਪੂਛ ਤੇ ਕਾਟਵੇ ਕੋ ਪਧਾਰੋ। ਮਾਨੋ ਇਸ ਤਰ੍ਹਾਂ ਸਤਿਗੁਰੂ ਜੀ ਦੇ ਸਾਹਮਣੇ ਆ ਗਿਆ ਜਿਵੇਂ ਸਾਧ ਸੰਗਤ ਕਿਸੇ ਫਨੀਅਰ ਸੱਪ ਦੀ ਪੂੰਛ ਦੇ ਉੱਤੇ ਪੈਰ ਰੱਖੀਏ ਨਾ, ਉਹ ਫਨੀਅਰ ਨਾਗ ਆਪਣਾ ਫਨ ਖੜਾ ਕਰਕੇ ਸਾਹਮਣੇ ਆ ਜਾਂਦਾ ਹੈ। ਪ੍ਰਹਾਰੈ ਕਿਰਪਾਨੈ ਕਈ ਵਾਰ ਕੀਨੇ, ਤਥਾ ਸਿਗਰ ਤਾਰੇ ਗੁਰੂ ਓਟ ਲੀਨੇ। ਉਸ ਸਮੇਂ ਲਲਾ ਬੇਗ ਨੇ ਆਪਣੀ ਤਲਵਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਕਈ ਵਾਰ ਕੀਤੇ, ਪਰ ਮਹਾਰਾਜ ਨੇ ਬੜੀ ਫੁਰਤੀ ਦੇ ਨਾਲ ਸਾਰੇ ਵਾਰਾਂ ਤੋਂ ਆਪਣਾ ਬਚਾਅ ਕੀਤਾ। ਧਰੀ ਹੱਥ ਬਾਮੇ ਵੱਡੀ ਢਾਲ ਪਾਰੀ, ਦੁਤੀ ਹੱਥ ਮਾਹੇ ਕਿਰਪਾਨੰ ਸੰਭਾਰੀ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੱਬੇ ਹੱਥ ਦੇ ਵਿੱਚ ਆਪਣੀ ਢਾਲ ਨੂੰ ਸੰਭਾਲਿਆ ਤੇ ਸੱਜੇ ਹੱਥ ਦੇ ਵਿੱਚ ਆਪਣੀ ਕਿਰਪਾਨ ਨੂੰ ਬੜੇ ਜ਼ੋਰ ਦੇ ਨਾਲ ਪਕੜਨਾ ਕੀਤਾ। ਧਰੀ ਵਾਰ ਤੱਕਿਓ ਪ੍ਰਹਾਰੈ ਸਮਾਨਾ, ਕਰੀ ਓਟ ਤਾਹੂ ਲਲਾ ਬੇਗ ਜਾਨਾ। ਲਲਾ ਬੇਗ ਨੇ ਸਮਝਿਆ ਵੀ ਸ਼ਾਇਦ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੇਠਾਂ ਤੱਕ ਕੇ ਵਾਰ ਮਾਰਨਾ ਕਰਨਗੇ। ਤਰੇ ਦਾਵ ਕੋ ਮੈਂ ਬਚਾਵੋ ਚਾਹੰਤਾ, ਕਰੀ ਢਾਲ ਆਗੈ ਸੋ ਪੈਰੰ ਰੋਮੰਤਾ। ਇਸੇ ਕਰਕੇ ਜਿਵੇਂ ਲਲਾ ਬੇਗ ਨੇ ਸਮਝਿਆ ਵੀ ਸਤਿਗੁਰੂ ਜੀ ਥੱਲੇ ਤੋਂ ਵਾਰ ਕਰਨਗੇ, ਉਹਨੇ ਥੱਲੜੇ ਪਾਸਿਓਂ ਆਪਣੀ ਢਾਲ ਕਰਕੇ ਆਪਣਾ ਬਚਾਅ ਕੀਤਾ। ਆਪਣੇ ਪੈਰ ਥੰਮ ਕੇ ਆਪਣੀ ਢਾਲ ਨੂੰ ਅਗਲੇ ਬੰਨੇ ਕਰ ਲਿਆ। ਗੁਰੂ ਸਿਖਰ ਤੇ ਹਾਥ ਉੱਚੇ ਉਭਾਰਾ, ਕਰਾ ਚੋਲ ਬਾਇਓ ਲੱਗੀ ਜਾਏ ਤਾਰਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਥੱਲੜੇ ਪਾਸਿਓਂ ਵਾਰ ਨਹੀਂ ਕੀਤਾ। ਸਾਧ ਸੰਗਤ ਆਪਣੇ ਸੱਜੇ ਹੱਥ ਨੂੰ ਉੱਚਾ ਚੁੱਕ ਕਰਕੇ ਉਹ ਜੀ ਤਲਵਾਰ ਚਲਾਈ ਵੀ ਤਲਵਾਰ ਦੀ ਜਿਹੜੀ ਤੇਜ ਧਾਰ ਸੀ ਉਹ ਲਲਾ ਬੇਗ ਨੂੰ ਜਾ ਲੱਗੀ। ਬਹੀ ਕੰਠ ਮੈਂ ਪਾਰ ਪੀ ਰੀਤ ਐਸੇ, ਕਰੇ ਕਾਟ ਸਾਬੁਨ ਕੋ ਤਾਰ ਜੈਸੇ। ਜਿਵੇਂ ਸਾਧ ਸੰਗਤ ਤਾਰ ਸਾਬਣ ਨੂੰ ਕੱਟ ਕੇ ਵਿੱਚੋਂ ਦੀ ਲੰਘ ਜਾਂਦੀ ਹੈ, ਇਸੇ ਤਰ੍ਹਾਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾਨ ਲਲਾ ਬੇਗ ਦੀ ਧੌਣ ਦੇ ਵਿੱਚੋਂ ਲੱਗੀ ਤੇ ਧੌਣ ਨੂੰ ਕੱਟਦਿਆਂ ਹੋਇਆਂ ਵਿੱਚੋਂ ਦੀ ਨਿਕਲ ਗਈ ਹੈ। ਗਿਰਿਓ ਸੀਸ ਸੀਗਰੰ ਰਹੇ ਨੈਣ ਬਾਇਓ, ਮਨੋ ਸ੍ਰੀ ਫਲੰ ਬਾਉ ਸਾਖਾ ਗਰਾਇਓ। ਜਦੋਂ ਸਤਿਗੁਰੂ ਜੀ ਦਾ ਤੇਜ ਵਾਰ ਲਲਾ ਬੇਗ ਤੇ ਹੋਇਆ, ਲਲਾ ਬੇਗ ਦਾ ਜਿਹੜਾ ਸਿਰ ਸੀ ਤੁਰੰਤ ਧਰਤੀ ਤੇ ਡਿੱਗ ਪਿਆ। ਨੈਣ ਖੁੱਲੇ ਦੇ ਖੁੱਲੇ ਰਹਿ ਗਏ, ਮਾਨੋ ਜਿਵੇਂ ਨਾਰੀਅਲ ਦਾ ਫਲ ਤੇਜ ਹਵਾ ਕਰਕੇ ਟਾਹਣੀ ਨਾਲੋਂ ਟੁੱਟ ਕੇ ਧਰਤੀ ਤੇ ਡਿੱਗ ਪੈਂਦਾ ਹੈ। ਇਸੇ ਤਰ੍ਹਾਂ ਲਲਾ ਬੇਗ ਦਾ ਸਿਰ ਧੜ ਤੋਂ ਅਲੱਗਾ ਹੋ ਕੇ ਧਰਤੀ ਦੇ ਉੱਪਰ ਡਿੱਗ ਪਿਆ। ਬਿਨਾ ਮੁੰਡ ਤੇ ਰੁੰਡ ਭੀ ਮੈਂ ਪਰਿਓ ਹੈ, ਤਰੁ ਮੂਲ ਛਿਦੰ ਮਨੋ ਤੇ ਗਿਰਿਓ ਹੈ। ਸਿਰ ਇੱਕ ਪਾਸੇ ਗਿਰ ਪਿਆ ਤੇ ਸਿਰ ਤੋਂ ਬਗੈਰ ਜਿਹੜਾ ਧੜ ਸੀ ਉਹ ਵੀ ਧਰਤੀ ਦੇ ਉੱਪਰ ਇੱਕ ਪਾਸੇ ਡਿੱਗ ਪਿਆ। ਮਾਨੋ ਜਿਵੇਂ ਜੜ ਤੋਂ ਪੁੱਟਿਆ ਹੋਇਆ ਰੁੱਖ ਧਰਤੀ ਦੇ ਉੱਪਰ ਆ ਡਿੱਗਦਾ ਹੈ। ਦੋਹਰਾ ਰਹਿਓ ਵਿਚਾਰਤ ਤਰੇ ਕੋ, ਉਪਰ ਭਇਓ ਪ੍ਰਹਾਰ। ਲਲਾ ਬੇਗ ਥੱਲੜੇ ਪਾਸੇ ਤੋਂ ਆਪਣਾ ਬਚਾਅ ਕਰਦਾ ਰਹਿ ਗਿਆ, ਪਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਕਿਰਪਾਨ ਦਾ ਵਾਰ ਉੱਪਰ ਤੋਂ ਕਰ ਦਿੱਤਾ। ਪ੍ਰਾਨ ਤਿਆਗ ਗਮਨਿਓ ਪਿਸਤ ਸਤਿਗੁਰ ਅਗਰ ਨਿਹਾਰ। ਤੇ ਮਹਾਕਵੀ ਭਾਈ ਸੰਤੋਖ ਸਿੰਘ ਚੂੜਾਮਣੀ ਜੀ ਲਿਖਦੇ ਨੇ, ਕਹਿੰਦੇ ਲਲਾ ਬੇਗ ਪ੍ਰਾਣ ਤਿਆਗ ਗਿਆ ਤੇ ਪ੍ਰਾਣ ਛੱਡ ਕੇ ਬਹਿਸ਼ਤਾਂ ਨੂੰ ਚਲੇ ਗਿਆ, ਕਿਉਂਕਿ ਅੰਤਲੇ ਸਮੇਂ ਉਹਨੇ ਆਪਣੇ ਸਾਹਮਣੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਵੇਖਣਾ ਕੀਤਾ ਹੈ। ਦੋਹਰਾ ਲਲਾ ਬੇਗ ਕੋ ਮਾਰ ਕੈ, ਸਤਿਗੁਰ ਪਾਏ ਪਰਮੋਦ। ਇਸ ਤਰੀਕੇ ਦੇ ਨਾਲ ਰਣ ਖੇਤਰ ਦੇ ਅੰਦਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ
ਲਲਾ ਬੇਗ ਨੂੰ ਮਾਰ ਕਰਕੇ ਬਹੁਤ ਪ੍ਰਸੰਨਤਾ ਧਾਰਨ ਕੀਤੀ। ਫਤਿਹ ਲੀਨ ਵੱਡ ਜੰਗ ਕੀ ਹਟੇ ਪਾਛਲੀ ਕੋਦ। ਤੇ ਨਥਾਣੇ ਦੀ ਢਾਬ ਦੇ ਉੱਪਰ ਲੜੀ ਇਹ ਵੱਡੀ ਜੰਗ, ਜਿੱਤ ਪ੍ਰਾਪਤ ਕਰ ਲਈ। ਤੇ ਫਤਿਹ ਪ੍ਰਾਪਤ ਕਰਨ ਤੋਂ ਬਾਅਦ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਪਿੱਛੇ ਹਟ ਗਏ ਹਨ। ਸਵਈਆ ਛੰਦ ਦਇਓ ਹੁਕਮ ਸਭ ਸੈਨ ਕੇ, ਪ੍ਰਤਹੀਨ ਕਰੋ ਤੁਰਕਨ ਪਰਤਾਏ। ਜਦੋਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਪਿੱਛੇ ਹਟੇ ਤੇ ਮਹਾਰਾਜ ਜੀਆਂ ਨੇ ਆਪਣੇ ਸਿੱਖ ਸੈਨਿਕਾਂ ਨੂੰ ਹੁਕਮ ਕਰ ਦਿੱਤਾ। ਕਹਿਣ ਲੱਗੇ, ਭਾਈ ਹੁਣ ਦੌੜ ਕੇ ਇਹਨਾਂ ਤੁਰਕਾਂ ਦੇ ਉੱਪਰ ਵੱਡਾ ਹਮਲਾ ਕਰ ਦਿਓ। ਕਰੈ ਸੁਕਟ ਹੋ ਮਿਲ ਹੈ ਸੁਸੂਰਹੁ, ਤਿਆਗੈ ਸ਼ਸਤਰ ਸੋ ਲਿਹੋ ਬਚਾਏ। ਜਿਹੜਾ ਕੋਈ ਸਾਹਮਣੇ ਅੜਦਾ ਹੈ ਉਹਨੂੰ ਮਾਰ ਦਿਓ, ਤੇ ਜਿਹੜਾ ਸੁਲ੍ਹਾ ਸਫਾਈ ਨਾਲ ਮਿਲਦਾ ਹੈ ਉਸ ਨੂੰ ਛੱਡ ਦਿਓ। ਜਿਹੜੇ ਸ਼ਸਤਰ ਸੁੱਟ ਦੇਣਗੇ ਉਹਨਾਂ ਦਾ ਬਚਾਅ ਹੋ ਜਾਵੇਗਾ। ਸਰਬ ਜਮੋ ਪਦ ਹੋਤ ਭਇਓ ਹਤ, ਬਿਨ ਭੂਪਤ ਕੋ ਲੜ ਨ ਸਕਾਏ। ਕਿਉਂਕਿ ਸਾਰੀ ਫੌਜ ਦਾ ਜਿਹੜਾ ਵੱਡਾ ਸੈਨਾਪਤੀ ਸੀ ਉਹ ਰਣ ਖੇਤਰ ਦੇ ਅੰਦਰ ਮਾਰਿਆ ਗਿਆ ਹੈ, ਤੇ ਸੈਨਾਪਤੀ ਤੋਂ ਬਗੈਰ ਹੁਣ ਫੌਜ ਲੜ ਨਹੀਂ ਸਕਦੀ। ਰਾਜੇ ਤੋਂ ਬਿਨਾ ਫੌਜ ਦੀ ਕੋਈ ਪਾਇਆ ਨਹੀਂ, ਕੋਈ ਲੜਾਈ ਨਹੀਂ ਕਰੇਗਾ। ਇਸ ਕਰਕੇ ਹੁਣ ਇਹਨਾਂ ਨੂੰ ਇੱਕ ਵੇਰਾ ਤੁਸੀਂ ਘੇਰ ਕੇ ਵੇਖਣਾ ਕਰੋ। ਕਰਹੁ ਫਤਿਹ ਅਬ ਅੰਤ ਭਇਓ ਰਣ, ਸ੍ਰੀ ਨਾਨਕ ਜੀ ਭਏ ਸਹਾਏ। ਵੀ ਹੁਣ ਤੁਸੀਂ ਫਤਿਹ ਪ੍ਰਾਪਤ ਕਰੋ, ਜੰਗ ਦਾ ਅੰਤ ਹੋ ਗਿਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾਲਤਾ ਕਰ ਦਿੱਤੀ ਹੈ। ਸੁਨ ਆਇਸ ਕੋ ਗਹੀ ਕਿਰਪਾਨੈ, ਬਾਦ ਸਮਾਨ ਗਏ ਸਭ ਸੂਰ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਾਵਨ ਆਗਿਆ ਪਾ ਕਰਕੇ ਜਿਨੇ ਵੀ ਸਿੱਖ ਸੈਨਿਕ ਸਨ ਸਾਰਿਆਂ ਨੇ ਆਪੋ ਆਪਣੀਆਂ ਕਿਰਪਾਨਾਂ ਸੰਭਾਲ ਲਈਆਂ, ਤੇ ਸਾਰੇ ਸੂਰਮੇ ਬਾਜਾਂ ਵਾਂਗੂ ਤੁਰਕਾਂ ਦੇ ਸੈਨਿਕਾਂ ਤੇ ਟੁੱਟ ਕੇ ਪੈ ਗਏ ਹਨ। ਮਨਹੁ ਮ੍ਰਿਗਨ ਪਰ ਕੇ ਹਰ ਦੌਰੇ, ਮਾਰ ਮਾਰ ਕਰ ਭਰੇ ਗਰੂਰ। ਮਾਨੋ ਜਿਵੇਂ ਸਾਧ ਸੰਗਤ ਹਿਰਨਾਂ ਦੀ ਡਾਰ ਭੱਜੀ ਜਾਂਦੀ ਹੋਵੇ ਤੇ ਪਿੱਛੋਂ ਕੋਈ ਸ਼ੇਰ ਉਹਨਾਂ ਨੂੰ ਟੁੱਟ ਕੇ ਪੈ ਜਾਵੇ, ਤੇ ਉਹ ਤੁਰਕਾਂ ਦੇ ਸੈਨਿਕ ਜਿਹੜੇ ਮਾਰੋ ਮਾਰ ਕਰਦਿਆਂ ਵੱਡੇ ਘਮੰਡ ਦੇ ਨਾਲ ਭਰੇ ਆਏ ਸਨ। ਸੋ ਜੋ ਸਨਮੁਖ ਹੋਏ ਤਜੈ ਤੁਫੰਗਨ, ਤੋਮਰ ਤੀਰ ਤੁਰਕ ਪਟ ਪੂਰ। ਤੇ ਜਿਹੜਾ ਵੀ ਕੋਈ ਸਾਹਮਣੇ ਹੋ ਕੇ ਸਿੱਖ ਸੈਨਿਕਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦਾ ਸੀ, ਤੇ ਇੱਧਰ ਸਿੱਖ ਸੈਨਿਕ ਉਹਨੂੰ ਗੋਲੀ ਮਾਰਦੇ ਸਨ। ਕਈ ਜਿਹੜੇ ਤੁਰਕਾਂ ਦੇ ਸੈਨਿਕ ਨੇਜੇ ਅਤੇ ਤੁਰਕਾਂ ਦੀ ਭੇਟ ਚੜ ਗਏ ਹਨ। ਸਾਪਰ ਪਰੀ ਮਾਰ ਇਕਸਾਰ ਸਮਸਰ, ਰੁੰਡ ਮੁੰਡ ਕਰ ਮੇਲੇ ਤੂਰ। ਸਾਰਿਆਂ ਨੂੰ ਇਕਸਾਰ ਬਰਾਬਰ ਮਾਰ ਪਈ। ਜਿਹੜੇ ਬਚੇ ਸਨ ਰੁੰਡ ਮੁੰਡ ਕਰਕੇ ਨਾ ਗੁਰੂ ਕੇ ਸੈਨਿਕਾਂ ਨੇ ਧੂੜ ਦੇ ਵਿੱਚ ਮਿਲਾ ਦਿੱਤੇ ਹਨ। ਕੰਠ ਕਟਿਓ ਕਹੇ ਭੁਜਾ ਤੁੰਡ ਕਹੇ, ਸਿਰ ਪਰ ਵੱਜੀ ਕਾਹੇ ਕਰਵਾਰ। ਕਿਸੇ ਦਾ ਗਲਾ ਕੱਟਿਆ ਗਿਆ, ਕਿਸੇ ਦੀ ਬਾਂਹ ਕੱਟੀ ਗਈ ਸਾਧ ਸੰਗਤ, ਕਿਸੇ ਦੇ ਸਿਰ ਉੱਤੇ ਤਲਵਾਰ ਦਾ ਭਾਰੀ ਵਾਰ ਹੋ ਗਿਆ। ਕੁਸ਼ਕ ਅਰੇ ਪੁਨ ਭਾਜ ਪਰੇ ਤਹ, ਕਿਸਨੇ ਤਿਆਗ ਦੀਨ ਹਥਿਆਰ। ਕੁਝ ਕੁ ਤੁਰਕ ਸੈਨਿਕ ਸਨ ਜਿਹੜੇ ਸਿੱਖ ਸੈਨਿਕਾਂ ਦੇ ਅੱਗੇ ਅੜੇ, ਤੇ ਜਦੋਂ ਇਧਰੋਂ ਮੁਕਾਬਲਾ ਕਹਿਰੀ ਹੋਇਆ, ਹੱਲਾ ਕਹਿਰੀ ਹੋਇਆ, ਫਿਰ ਤੁਰਕ ਸੈਨਿਕਾਂ ਨੇ ਆਪਣੇ ਹਥਿਆਰ ਸੁੱਟ ਦਿੱਤੇ। ਕੋ ਕਰ ਜੋਰਤ ਖਰੋ ਨਿਹੋਰਤ, ਗੁਰੂ ਦੁਹਾਈ ਕਾਹੇ ਉਚਾਰ। ਉਸ ਸਮੇਂ ਕੁਝ ਤੁਰਕ ਸੈਨਿਕ ਜਿਨ੍ਹਾਂ ਨੇ ਹਥਿਆਰ ਸੁੱਟ ਕੇ ਹੱਥ ਜੋੜ ਕੇ ਖੜੇ ਹੋ ਗਏ, ਤੇ ਉਸ ਸਮੇਂ ਜਦੋਂ ਸਿੱਖ ਸੈਨਿਕ ਨੇੜੇ ਜਾਂਦੇ ਸਨ ਤੇ ਆਪਣੀ ਰਸਨਾ ਤੋਂ ਗੁਰੂ ਗੁਰੂ ਉਚਾਰਨ ਕਰਨ ਲੱਗੇ। ਦੀਨ ਭਈ ਤ੍ਰਿਣ ਦਾਤਨ ਗਹਿ ਕਰ, ਇਸ ਬਿਦ ਕੇਤਕ ਪ੍ਰਾਨ ਉਬਾਰ। ਕਈਆਂ ਨੇ ਆਪਣੇ ਦੰਦਾਂ ਦੇ ਵਿੱਚ ਘਾਹ ਫਸਾ ਕੇ ਦੀਨ ਹੋਣਾ ਕੀਤਾ,
ਇਸ ਤਰ੍ਹਾਂ ਕਈ ਤੁਰਕ ਸੈਨਿਕ ਸਨ ਜਿਨ੍ਹਾਂ ਨੇ ਆਪਣੇ ਪ੍ਰਾਣਾਂ ਦਾ ਬਚਾਅ ਕੀਤਾ। ਜੰਗ ਖੇਤ ਮੈਂ ਫਤਿਹ ਭਈ ਗੁਰ, ਜਬੈ ਦੁਹਾਈ ਤੁਰਕ ਪੁਕਾਰ। ਜਦੋਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜੰਗ ਵਿੱਚ ਫਤਿਹ ਹੋਈ ਤਾਂ ਜਿਹੜੇ ਤੁਰਕ ਸੈਨਿਕ ਸਨ ਦੁਹਾਈ ਦੁਹਾਈ ਪੁਕਾਰ ਰਹੇ ਸਨ। ਵਿਧੀ ਚੰਦ ਕੋ ਸ੍ਰੀ ਹਰਗੋਬਿੰਦ ਪਠਿਓ, ਦੀਨ ਤਨ ਲਿਹੋ ਉਬਾਰ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਵਿਧੀ ਚੰਦ ਨੂੰ ਮੈਦਾਨੇ ਜੰਗ ਵਿੱਚ ਭੇਜਣਾ ਕੀਤਾ ਤੇ ਬਚਨ ਆਖਣੇ ਕੀਤੇ। ਕਹਿਣ ਲੱਗੇ ਵਿਧੀ ਚੰਦ ਜੀ ਜਿਹੜੇ ਦੀਨ ਹੋ ਜਾਂਦੇ ਨੇ ਉਹਨਾਂ ਦਾ ਬਚਾਅ ਕਰ ਲਵੋ। ਗਇਓ ਤੁਰੰਗ ਤੁਵਾਤ ਦੇਖੇ, ਬਰਦੇ ਪਟ ਨਹਿ ਕੀਜੈ ਮਾਰ। ਸਤਿਗੁਰੂ ਜੀ ਦਾ ਹੁਕਮ ਮੰਨ ਕਰਕੇ ਬਾਬਾ ਵਿਧੀ ਚੰਦ ਘੋੜਾ ਭਜਾ ਕਰਕੇ ਰਣ ਖੇਤਰ ਦੇ ਅੰਦਰ ਪਹੁੰਚਿਆ। ਉਹਨੇ ਆਪਣੇ ਸੂਰਮੇ ਸੈਨਿਕਾਂ ਨੂੰ ਰੋਕਣਾ ਕੀਤਾ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਹੁਕਮ ਹੈ ਜਿਹੜੇ ਦੀਨ ਹੋ ਗਏ ਹਨ ਉਹਨਾਂ ਨੂੰ ਮਾਰਨਾ ਨਹੀਂ ਹੈ। ਸਰਬ ਜਮੂ ਕੋ ਇਕੱਠੀ ਕਰਕੇ, ਹਟਿਓ ਬੋਲ ਸਤਿਗੁਰ ਜੈਕਾਰ। ਸਾਰੀ ਸੈਨਾ ਨੂੰ ਬਾਬਾ ਵਿਧੀ ਚੰਦ ਸਾਹਿਬ ਇਕੱਠਿਆਂ ਕਰਕੇ ਵਾਪਸ ਆ ਗਏ ਤੇ ਸਤਿਗੁਰੂ ਜੀ ਦੀ ਜੈ ਜੈਕਾਰ ਹੋਣ ਲੱਗੀ। ਜੋ ਘਾਇਲ ਗੁਰ ਵੀਰ ਪਰਿਓ ਰਣ, ਤਿਸ ਕੀ ਸੁਧ ਕਰਨੀਨ ਉਠਾਏ। ਜਿਹੜੇ ਰਣ ਖੇਤਰ ਦੇ ਅੰਦਰ ਸਤਿਗੁਰੂ ਜੀ ਦੇ ਸੈਨਿਕ ਜ਼ਖਮੀ ਹੋ ਗਏ ਸਨ ਉਹਨਾਂ ਦੀ ਸਾਧ ਸੰਗਤ ਹੁਣ ਸਾਂਭ ਸੰਭਾਲ ਹੋਣ ਲੱਗੀ। ਦੁੰਦਬ ਦੀਹ ਜੀਤ ਕੇ ਬਾਜਤ, ਸੁਪਟ ਪਰਮੋਦਤ ਪੇ ਸਮਦਾਏ। ਸਤਿਗੁਰੂ ਜੀ ਦੀ ਜਿੱਤ ਦੇ ਵੱਡੇ ਨਗਾਰੇ ਵੱਜ ਰਹੇ ਸਨ। ਸੂਰਮੇ ਇਕੱਠੇ ਹੋ ਕਰਕੇ ਪ੍ਰਸੰਨ ਚਿਤ ਵਿਚਰ ਰਹੇ ਹਨ। ਜੋਧ ਸਹਿਤ ਸਹਿ ਸ੍ਰੀ ਹਰਗੋਬਿੰਦ, ਕਰਤ ਕੁਲਾਹਲ ਕੋ ਤਹ ਆਏ। ਰਾਏ ਜੋਧ ਸਮੇਤ ਜਿੱਥੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਸੁਭਾਏ ਮਾਨ ਨੇ ਹੋਰ ਜਿੰਨੇ ਵੀ ਸਿੱਖ ਸੈਨਿਕ ਹਨ ਬਹੁਤ ਉੱਚੀ ਉੱਚੀ ਰੌਲਾ ਪਾ ਰਹੇ ਹਨ। ਚਰਨ ਨਿਹੋਰਤ ਸਭ ਕਰ ਜੋਰਤ, ਗੁਰ ਮਹਿਮਾ ਕੈ ਸੀਸ ਨਵਾਏ। ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਦੇ ਅੰਦਰ ਰਾਏ ਜੋਧ ਨੇ ਦੋਨੋਂ ਹੱਥ ਜੋੜ ਕਰਕੇ ਨਮਸਕਾਰ ਕੀਤੀ ਤੇ ਆਪਣੀ ਰਸਨਾ ਤੋਂ ਗੁਰੂ ਮਹਾਰਾਜ ਜੀ ਦੀ ਪਾਵਨ ਉਪਮਾ ਗਾਉਣ ਲੱਗਾ। ਸਭ ਕੋ ਸਤਿਗੁਰ ਕਰਿਓ ਸੰਭਾਰਨ, ਬੂਝਤ ਜੋਧ ਸੰਗ ਸਤ ਪਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਰਪਾ ਦੇ ਘਰ ਅੰਦਰ ਟਿਕੇ। ਦਤਾਰ ਪਾਤਸ਼ਾਹ ਨੇ ਸਾਰਿਆਂ ਦੀ ਸੰਭਾਲ ਕੀਤੀ ਤੇ ਰਾਏ ਜੋਧ ਨਾਲ ਸਭ ਦਾ ਸੱਚੇ ਦਿਲੋਂ ਹਾਲ ਚਾਲ ਪੁੱਛਣਾ ਕੀਤਾ। ਗਮਨੋ ਸਿਵਰ ਕਾਜ ਪਾ ਪੂਰਨ, ਇਮ ਕਹਿ ਗਮਨ ਕੀਨ ਹਰ ਖਾਏ। ਤੇ ਸਤਿਗੁਰੂ ਜੀ ਨੇ ਬਚਨ ਆਖਣੇ ਕੀਤੇ ਰਾਏ ਜੋਧ ਹੁਣ ਡੇਰਾ ਲੈ ਚੱਲੋ, ਸਾਡਾ ਜਿਹੜਾ ਕਾਰਜ ਹੈ ਉਹ ਪੂਰਾ ਹੋ ਗਿਆ ਹੈ। ਨਿਜ ਡੇਰੇ ਮੈਂ ਉਤਰੋ ਆਏ, ਸੋ ਗਿਨਵਾਏ ਜੋਧਾ ਸਮਦਾਏ। ਇਸ ਤਰ੍ਹਾਂ ਸਾਰੇ ਪ੍ਰਸੰਨ ਚਿਤ ਆਪਣੇ ਡੇਰੇ ਵੱਲ ਨੂੰ ਚੱਲ ਪਏ ਤੇ ਚਲਦਿਆਂ ਚਲਦਿਆਂ ਡੇਰੇ ਦੇ ਵਿੱਚ ਉਤਾਰਾ ਕੀਤਾ ਗਿਆ ਹੈ ਤੇ ਸਾਧ ਸੰਗਤ ਰਾਏ ਜੋਧ ਨੇ ਸਾਰੇ ਯੋਧਿਆਂ ਨੂੰ ਇਕੱਠਿਆਂ ਕਰਕੇ ਉਹਨਾਂ ਦੀ ਗਿਣਤੀ ਕੀਤੀ। ਸੈਨਪਤੀ ਸਭ ਬੂਝਨ ਕੀਨ, ਕੀਤਕ ਸੁਪਟ ਰਹੇ ਰਣ ਥਾਏ। ਤੇ ਰਾਏ ਜੋਧ ਨੇ ਆਪਣੇ ਸੈਨਾਪਤੀਆਂ ਨੂੰ ਪੁੱਛਣਾ ਕੀਤਾ ਵੀ ਦੱਸੋ ਰਣ ਖੇਤਰ ਦੇ ਅੰਦਰ ਕਿੰਨੇ ਸੂਰਮੇ ਸ਼ਹੀਦ ਹੋ ਗਏ ਹਨ। ਕਿਨ ਕੈ ਸਭਨ ਆਨ ਸੁਧ ਦੀਨਸ, ਮਹਾਰਾਜ ਰਾਵਰ ਕੇ ਵੀਰ। ਹੁਣ ਜਦੋਂ ਰਾਏ ਜੋਧ ਜੀ ਨੇ ਸਤਿਗੁਰੂ ਜੀ ਦਾ ਹੁਕਮ ਪਾ ਕਰਕੇ ਸੈਨਾਪਤੀਆਂ ਨੂੰ ਪੁੱਛਣਾ ਕੀਤਾ ਵੀ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਵੀ ਦੱਸੋ ਭਾਈ ਕਿੰਨੇ ਸੂਰਮੇ ਰਣ ਖੇਤਰ ਦੇ ਅੰਦਰ ਚੜ੍ਹਾਈ ਕਰ ਗਏ ਨੇ ਸ਼ਹੀਦ ਹੋਏ ਨੇ ਤੇ ਸਾਰਿਆਂ ਨੇ ਆ ਕਰਕੇ ਆਪੋ ਆਪਣੀ ਖਬਰ ਦੇਣੀ ਕੀਤੀ। ਜੋਧ ਰਾਏ ਕੀ ਚਮੋ ਸਹਿਤ ਸਭ, ਪਹੁੰਚੇ ਸੁਰਗ ਜੋ ਤਿਆਗ ਸਰੀਰ। ਸੱਚੇ ਪਾਤਸ਼ਾਹ ਜੀ ਰਾਏ ਜੋਧ ਦੀ ਸੈਨਾ ਸਮੇਤ ਔਰ ਆਪਣੇ ਸੈਨਿਕਾਂ ਸਮੇਤ ਜਿਹੜੇ ਸਰੀਰ ਤਿਆਗ ਕਰਕੇ ਸਵਰਗਾਪੁਰੀ ਨੂੰ ਚਲੇ ਗਏ ਹਨ। ਸਭ ਗਿਨ ਲੀਨ ਭਰੇ ਭਲੇ ਕਰ ਨਿਰਣੈ,
201 ਸਹੰਸਰ ਰਣ ਧੀਰ। ਤੇ ਸਤਿਗੁਰੂ ਜੀ ਅਸੀਂ ਭਲੇ ਤਰੀਕੇ ਦੇ ਨਾਲ ਨਿਰਣਾ ਕਰਕੇ ਸਾਰਿਆਂ ਦੀ ਗਿਣਤੀ ਕੀਤੀ ਹੈ ਤੇ ਉਹਨਾਂ ਦੇ ਵਿੱਚੋਂ ਜਿਹੜੇ 1200 ਸੂਰਮੇ ਹਨ, ਤੁਰਕਨ ਸੋਲਰ ਹਿਤ ਆਪਕੇ ਰਹੇ ਖੇਤ ਰਣ ਬਿਖੈ ਗਹੀਰ। ਇਸ ਵੱਡੇ ਯੁੱਧ ਦੇ ਅੰਦਰ ਤੁਰਕਾਂ ਦੇ ਨਾਲ ਲੜਦਿਆਂ ਹੋਇਆਂ ਰਣ ਖੇਤਰ ਦੇ ਵਿੱਚ ਜਿਹੜੇ ਸ਼ਹੀਦ ਹੋ ਗਏ ਹਨ ਉਹਨਾਂ ਦੀ ਗਿਣਤੀ 1200 ਬਣਦੀ ਹੈ। ਨਿਜ ਨਿਜ ਡੇਰੇ ਮਹਿ ਬਿਸਰਾਮੇ ਕਾਇਲ ਸੁਪਟ ਕਿਤਕ ਲਿਸਾਰ। ਤੇ ਜਿਹੜੇ ਸਾਧ ਸੰਗਤ ਇਸ ਰਣ ਖੇਤਰ ਦੇ ਅੰਦਰ ਜੂਝਦਿਆਂ ਜ਼ਖਮੀ ਹੋ ਗਏ ਸਨ, ਉਹਨਾਂ ਜ਼ਖਮੀਆਂ ਦੀ ਸੰਭਾਲ ਕੀਤੀ ਜਾ ਰਹੀ ਹੈ। ਉਹ ਆਪੋ ਆਪਣੇ ਡੇਰੇ ਦੇ ਵਿੱਚ ਆਰਾਮ ਕਰ ਰਹੇ ਨੇ, ਦਵਾ ਬੂਟੀ ਦਿੱਤੀ ਜਾ ਰਹੀ ਹੈ, ਕਈ ਉਹਨਾਂ ਦੀ ਖਬਰ ਲੈ ਰਹੇ ਹਨ। ਸਭ ਪਰ ਸੇਵਕ ਸੇਵਾ ਕੀ ਹਿਤ ਕਰੇ ਸੁਪਰਦ ਭਲੇ ਪ੍ਰਤਪਾਰ। ਸਾਰਿਆਂ ਦੀ ਸੇਵਾ ਤੇ ਪ੍ਰਤਪਾਲਣਾ ਦੀ ਜਿਹੜੀ ਜ਼ਿੰਮੇਵਾਰੀ ਹੈ ਨਾ, ਉਹ ਜਿਹੜੇ ਭਲੇ ਸੇਵਕ ਸਨ ਉਹਨਾਂ ਦੇ ਸਪੁਰਦ ਕਰ ਦਿੱਤੀ ਹੈ। ਜੋ ਦੁਰਾਏ ਕੋ ਨਿਕਟ ਹਕਾਰਿਓ ਤਨ ਮੈਂ ਸਦਤੇ ਭਇਓ ਸੁਮਾਰ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੋਧ ਰਾਏ ਨੂੰ ਆਪਣੇ ਪਾਸ ਬੁਲਾਉਣਾ ਕੀਤਾ। ਉਹ ਜੋਧ ਰਾਏ ਜਿਸ ਦਾ ਸਰੀਰ ਫੱਟ ਲੱਗਣ ਕਰਕੇ ਬਹੁਤ ਜ਼ਖਮੀ ਹੋ ਗਿਆ ਹੈ। ਕਿਰਪਾ ਨਿਦਾਨ ਕਿਰਪਾ ਕਰ ਦੇਖਿਓ ਹਾਥ ਸਪਰਸ਼ਨ ਕਰਿਓ ਉਦਾਰ। ਰਾਏ ਜੋਧ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚਿਆ, ਸ਼ਰਧਾ ਭਾਵਨਾ ਨਾਲ ਨਮਸਕਾਰ ਕੀਤੀ ਤੇ ਗਰੀਬ ਨਵਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਕਿਰਪਾ ਭਰੇ ਹੱਥਾਂ ਦੇ ਨਾਲ ਰਾਏ ਜੋਧ ਦੇ ਜ਼ਖਮਾਂ ਨੂੰ ਸਪਰਸ਼ ਕੀਤਾ। ਜਹ ਜਹ ਕਾਵ ਅਲਪ ਕੇ ਦੀਰਗ ਸਭ ਕੀ ਪੀਰ ਹਰੀ ਗੁਰ ਪੀਰ। ਜਿੱਥੇ ਜਿੱਥੇ ਵੀ ਵੱਡਾ ਜਾਂ ਕੋਈ ਛੋਟਾ ਜ਼ਖਮ ਹੋਇਆ ਸੀ ਨਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਕਿਰਪਾ ਦੇ ਨਾਲ ਉਹਨਾਂ ਸਾਰੇ ਜ਼ਖਮਾਂ ਦੀ ਜਿਹੜੀ ਪੀੜ ਸੀ ਉਹ ਦੂਰ ਕਰ ਦਿੱਤੀ। ਵਿਧੀ ਚੰਦ ਅਰ ਜਾਤੀ ਮਲਕ ਜੋ ਸਭ ਪਰ ਦ੍ਰਿਸ਼ਟ ਡਾਰ ਸੁਖ ਧੀਰ। ਬਾਬਾ ਵਿਧੀ ਚੰਦ ਸਾਹਿਬ ਔਰ ਜਿਹੜੇ ਜਾਤੀ ਮਲਕ ਵਰਗੇ ਵੱਡੇ ਸੂਰਮੇ ਹਨ, ਉਹਨਾਂ ਦੇ ਉੱਪਰ ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਪਾ ਕਰਕੇ ਸੁਖ ਅਤੇ ਧੀਰਜ ਦੀ ਦਾਤ ਬਖਸ਼ਿਸ਼ ਕੀਤੀ। ਨਹੀਂ ਸਦਨ ਕੋ ਕਸ਼ਟ ਰਹਿਓ ਕਿਸ ਕਿਤਕ ਦਿਨਸ ਮੈਂ ਸੁਧ ਸਰੀਰ। ਕਿਸੇ ਵੀ ਸੂਰਮੇ ਸੈਨਿਕ ਨੂੰ ਜ਼ਖਮਾਂ ਦਾ ਦੁੱਖ ਨਾ ਰਿਹਾ। ਕੁਝ ਹੀ ਦਿਨਾਂ ਦੇ ਅੰਦਰ ਉਹਨਾਂ ਦੇ ਜਿਹੜੇ ਜ਼ਖਮ ਸਨ ਉਹ ਠੀਕ ਹੋ ਕੇ ਨਵੇਂ ਨਰੋਏ ਹੋ ਗਏ ਹਨ। ਖਾਨ ਪਾਨ ਕਰ ਸਭ ਵਿਸਰਾਮੀ ਘੂਰਨ ਕੋ ਦੇ ਕਰ ਦ੍ਰਣ ਤੀਰ। ਖਾ ਪੀ ਕੇ ਸਾਰਿਆਂ ਨੇ ਵਿਸਰਾਮ ਕੀਤਾ, ਘੋੜਿਆਂ ਨੂੰ ਦਾਣਾ ਪੱਠਾ ਦਿੱਤਾ ਗਿਆ ਹੈ। ਸ਼ਾਸਤਰ ਡਾਰ ਕਰ ਕਾਇਰ ਆਈ ਜਲ ਤਲਾਉ ਕੀ ਪਾਨ ਕਰੰਤਾ। ਜਿਹੜੇ ਤੁਰਕਾਂ ਦੇ ਸੈਨਿਕ ਕਾਇਰ ਬਣ ਹਥਿਆਰ ਸੁੱਟ ਕਰਕੇ ਗੁਰੂ ਦੀ ਸ਼ਰਨ ਆਏ ਸਨ, ਉਹ ਵੀ ਸਤਿਗੁਰੂ ਜੀ ਦੇ ਪਾਸ ਸਰੋਵਰ ਦੇ ਕਿਨਾਰੇ ਪਹੁੰਚ ਗਏ। ਉਹਨਾਂ ਵੀ ਸਰੋਵਰ ਦੇ ਵਿੱਚੋਂ ਜਲ ਛਕਣਾ ਕੀਤਾ। ਹਸਨੇ ਖਾਨ ਦੂਤ ਕੋ ਮਿਲ ਕਰ ਗੁਰਦਲ ਵਿਖੈ ਰਹੇ ਅਚਵੰਤ। ਤੇ ਹਸਨ ਖਾਨ ਦੂਤ ਦੇ ਨਾਲ ਮਿਲ ਕਰਕੇ ਉਹ ਸਾਰੇ ਕਾਇਰ ਸੈਨਿਕ ਗੁਰੂ ਦੇ ਦਲ ਵਿੱਚ ਮਿਲ ਕਰਕੇ ਹੀ ਭੋਜਨ ਛਕ ਰਹੇ ਹਨ। ਸ੍ਰੀ ਹਰਗੋਬਿੰਦ ਨਰਗਨ ਭੇਜੇ ਗਹਿ ਜੇਠੇ ਕੀ ਲੋਤ ਦਿਖੰਤ। ਇਧਰ ਸਤਿਗੁਰੂ ਜੀ ਨੇ ਆਪਣੇ ਕਈ ਸੇਵਾਦਾਰਾਂ ਨੂੰ ਭੇਜਣਾ ਕੀਤਾ। ਕਹਿਣ ਲੱਗੇ, ਭਾਈ ਜਾਓ ਰਣ ਖੇਤਰ ਦੇ ਅੰਦਰ ਸਾਡੇ ਪਿਆਰੇ ਸਿੱਖ ਭਾਈ ਜੇਠੇ ਦੇ ਮ੍ਰਿਤਕ ਸਰੀਰ ਨੂੰ ਲਿਆਉਣਾ ਕਰੋ। ਤਿਸਤੇ ਆਦ ਅਪਰ ਸਿੱਖ ਜੋਦਾ ਮਰੇ ਪਰੇ ਨਰਕੈ ਬਲਵੰਤ। ਇਸ ਤੋਂ ਇਲਾਵਾ ਹੋਰ ਜਿਹੜੇ ਸਿੱਖ ਯੋਧੇ ਰਣ ਖੇਤਰ ਦੇ ਅੰਦਰ ਲੜਦਿਆਂ ਸ਼ਹੀਦ ਹੋ ਗਏ ਹਨ, ਸਭ ਇਕੱਠੇ ਕਰ ਦਾਹਾਂ ਦੇਹੋ ਤਿਨ ਕਰੋ ਭਸਮ ਗਨ ਕਾਸ਼ਟ ਪਾਏ। ਇਹ ਬਹੁਤ ਲੱਕੜਾਂ ਇਕੱਠੀਆਂ ਕਰਕੇ ਨਾ ਜਿਹੜੇ ਸਾਡੇ ਸਿੱਖ ਸੈਨਿਕ ਨੇ ਭਾਈ ਜੇਠਾ ਜੀ ਵਰਗੇ
ਜਾਂ ਹੋਰ ਜਿਹੜੇ ਸਾਡੇ ਸਿੱਖ ਸ਼ਹੀਦ ਹੋਏ ਨੇ, ਸਾਡੇ ਸੈਨਿਕ ਸ਼ਹੀਦ ਹੋਏ ਨੇ, ਉਹਨਾਂ ਸਾਰਿਆਂ ਦਾ ਇਕੱਠਿਆਂ ਸੰਸਕਾਰ ਕਰ ਦੇਵੋ। ਗਰਤ ਖਨੋ ਇੱਕ ਦੀਰਘ ਨਿਕੋ, ਜਿਸ ਮੈਂ ਤੁਰਕ ਪਰ ਸਮੁਦਾਏ। ਤੇ ਨਾਲ ਸਤਿਗੁਰੂ ਜੀ ਨੇ ਸਾਧ ਸੰਗਤ ਦੇ ਵੀ ਬਚਨ ਆਖਣੇ ਕੀਤੇ ਵੀ ਇੱਕ ਵੱਡਾ ਟੋਆ ਕਬਰ ਦੇ ਰੂਪ ਵਿੱਚ ਤਿਆਰ ਕਰੋ, ਤੇ ਜਿਹੜੇ ਤੁਰਕ ਇਸ ਰਣ ਖੇਤਰ ਦੇ ਅੰਦਰ ਮਾਰੇ ਗਏ ਨੇ, ਉਹਨਾਂ ਸਾਰਿਆਂ ਨੂੰ ਉਸ ਟੋਏ ਦੇ ਵਿੱਚ ਦਫਨ ਕਰ ਦੇਵੋ। ਸਭਨ ਉਠਾਏ ਸੰਪੂਰਨ ਕਰੀਐ ਹੈ, ਸ਼ਾਸਤਰ ਵਸਤਰ ਕੀ ਸਹਿਤ ਸੋ ਲਿਆਏ। ਵੀ ਉਹਨਾਂ ਤੁਰਕਾਂ ਦੇ ਜਿਹੜੇ ਸ਼ਸਤਰ ਵਸਤਰ ਨੇ ਨਾ, ਉਹਨਾਂ ਦੇ ਨਾਲ ਹੀ, ਉਹਨਾਂ ਦੇ ਸਰੀਰਾਂ ਦੇ ਨਾਲ ਹੀ ਦਫਨ ਕੀਤੇ ਜਾਣ। ਵੀਰ ਪੰਜ ਉਮਰਾਵ ਸੰਗਾਰੀ, ਤਿਨ ਕੋ ਉਪਰ ਧਰੋ ਬਨਾਏ। ਜਿਹੜੇ ਇਹਨਾਂ ਦੇ 5 ਵੱਡੇ ਅਹਿਲਕਾਰ ਆਏ ਸਨ, ਲਲਾ ਬੇਗ, ਕਾਸਮ ਬੇਗ, ਕਾਬਲ ਬੇਗ, ਸ਼ਾਸਲ ਬੇਗ, ਇਤ ਆਦਿਕ ਜਿਹੜੇ 5 ਵੱਡੇ ਜਰਨੈਲ ਆਏ ਸਨ, ਉਹਨਾਂ ਦੇ ਸਰੀਰ ਸਭ ਤੋਂ ਉੱਪਰ ਰੱਖੇ ਜਾਣ। ਤਿਸ ਪਰ ਅਦਕ ਮਿਰਤ ਕਾ ਡਾਰਹੁ, ਕਰੋ ਸਨੰਡਲ ਕਿਰਤਕ ਉਤੰਗ। ਵੀ ਜਿੱਥੇ ਉਹਨਾਂ ਤੁਰਕਾਂ ਨੂੰ ਦਫਨ ਕੀਤਾ ਜਾਵੇ ਨਾ, ਉਹਦੇ ਉੱਤੇ ਬਹੁਤ ਮਿੱਟੀ ਪਾਉਣੀ ਕਰੋ, ਤੇ ਮਿੱਟੀ ਪਾ ਕੇ ਉਹਦੇ ਉੱਪਰ ਸਾਡੇ ਬੈਠਣ ਦੇ ਲਈ ਇੱਕ ਥੜਾ ਜਿੰਨੀ ਛੇਤੀ ਹੋ ਸਕੇ ਉਹ ਤਿਆਰ ਕੀਤਾ ਜਾਵੇ। ਇੱਕ ਸਮ ਬੈਠਨ ਹੇਤ ਬਨਾਵਹੁ, ਬਿਲਮ ਨ ਕਰੋ ਸਿਗਰਤਾ ਸੰਗ। ਇਹ ਥੜਾ ਬਣਾਉਣ ਦਾ ਜਿਹੜਾ ਕਾਰਜ ਹੈ ਉਹ ਬਿਨਾਂ ਦੇਰੀ ਤੋਂ ਕੀਤਾ ਜਾਵੇ। ਇਸ ਕਾਰਜ ਦੇ ਵਿੱਚ ਬਿਲਮ ਨਹੀਂ ਲਗਾਉਣਾ। ਸੁਨ ਕਰ ਨਰ ਗਨ ਗੁਰੂ ਹੁਕਮ ਕੋ, ਜਾਏ ਚਨਾਰ ਕੀਨ ਪਟ ਅੰਗ। ਤੇ ਜਦੋਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਹੁਕਮ ਦੇ ਦਿੱਤਾ, ਕਹਿਣ ਲੱਗੇ ਭਾਈ ਜਿਹੜੇ ਸਿੱਖ ਸੈਨਿਕ ਨੇ ਉਹਨਾਂ ਦਾ ਸੰਸਕਾਰ ਕੀਤਾ ਜਾਏ, ਤੇ ਜਿੰਨੇ ਤੁਰਕ ਸੈਨਿਕ ਮਾਰੇ ਗਏ ਨੇ ਉਹਨਾਂ ਸਾਰਿਆਂ ਨੂੰ ਦਫਨ ਕੀਤਾ ਜਾਏ, ਤੇ ਉਹਨਾਂ ਨੂੰ ਦਫਨ ਕਰ ਉੱਤੇ ਇੱਕ ਵੱਡਾ ਥੜਾ ਤਿਆਰ ਕੀਤਾ ਜਾਏ। ਤੇ ਸਤਿਗੁਰੂ ਜੀ ਦਾ ਹੁਕਮ ਮੰਨ ਕਰਕੇ ਉਸੇ ਸਮੇਂ ਬੇਅੰਤ ਸਿੱਖ ਸੇਵਕ ਜਿਹੜੇ ਗੁਰੂ ਕੇ ਪਿਆਰੇ ਸਿੱਖ ਸ਼ਹੀਦ ਹੋਏ ਸਨ, ਉਹਨਾਂ ਦੀ ਇੱਕ ਵੱਡੀ ਚਿਖਾ ਤਿਆਰ ਕਰਨ ਲੱਗੇ। ਜੇਠੀ ਆਦਿਕ ਲੈ ਸਭ ਦਾਹੀ, ਜੋ ਰਣ ਖੇਤ ਕਰੈ ਤਨ ਭੰਗ। ਭਾਈ ਜੇਠਾ ਜੀ ਇਹ ਆਦਿਕ ਹੋਰ ਜਿੰਨੇ ਵੀ ਸਿੱਖ ਸੂਰਮੇ ਸਨ, ਉਹਨਾਂ ਸਾਰਿਆਂ ਦਾ ਸੰਸਕਾਰ ਕੀਤਾ ਗਿਆ, ਜਿਨ੍ਹਾਂ ਨੇ ਸਰੀਰ ਰਣ ਖੇਤਰ ਦੇ ਅੰਦਰ ਜੂਝਦਿਆਂ ਸ਼ਹੀਦੀ ਪਾ ਕੇ ਤਿਆਗਣੇ ਕੀਤੇ ਸਨ। ਨਰ ਗਨ ਲੱਗੇ ਗਰਤ ਕੋ ਖੋਦਨ, ਜੇਤਕ ਤੁਰਕ ਬਜੇ ਸਮੁਦਾਏ। ਤੇ ਦੂਸਰੇ ਪਾਸੇ ਸਾਧ ਸੰਗਤ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਈਨ ਮੰਨਣੀ ਕੀਤੀ ਸੀ, ਤੁਰਕ ਸੈਨਿਕਾਂ ਨੇ, ਜਿਨ੍ਹਾਂ ਦੀ ਸਤਿਗੁਰੂ ਜੀ ਨੇ ਜਾਨ ਬਖਸ਼ ਦਿੱਤੀ ਸੀ, ਉਹ ਵੀ ਨਾਲ ਲੱਗੇ ਤੇ ਲੱਗ ਕਰਕੇ ਤੁਰਕਾਂ ਦੇ ਸਰੀਰ ਸਾਂਭਣ ਵਾਸਤੇ ਕਬਰ ਲਈ ਵੱਡਾ ਟੋਆ ਪੁੱਟਣ ਲੱਗੇ। ਤਿਨ ਸਭ ਹਿਨ ਕੋ ਕਹਿਓ ਮ੍ਰਿਤਕ ਜੇ, ਸ਼ਾਸਤਰ ਵਸਤਰ ਕੇ ਸਹਿਤ ਸੋ ਲਿਆਏ। ਤੇ ਫਿਰ ਸਤਿਗੁਰੂ ਜੀ ਨੇ ਆਖਣਾ ਕੀਤਾ ਵੀ ਜਿਹੜੇ ਤੁਰਕ ਸੈਨਿਕ ਮਾਰੇ ਗਏ ਨੇ ਨਾ, ਉਹਨਾਂ ਸਾਰਿਆਂ ਮ੍ਰਿਤਕਾਂ ਨੂੰ ਸ਼ਸਤਰਾਂ ਸਹਿਤ ਲਿਆਉਣਾ ਕਰੋ। ਅੰਗੀਕਾਰ ਨ ਕਰੋ ਵਸਤ ਕੁਛ, ਸਭ ਹੀ ਪਾਏ ਦੇਹੋ ਇਸ ਥਾਏ। ਵੀ ਉਹਨਾਂ ਦੇ ਸਰੀਰ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਵਸਤ ਆਪਾਂ ਉਤਾਰਨੀ ਨਹੀਂ ਹੈ। ਜਿਹੋ ਜੇ ਵਸਤਰ, ਜਿਹੋ ਜੇ ਸ਼ਸਤਰ ਉਹਨਾਂ ਨੇ ਧਾਰਨ ਕੀਤੇ ਹਨ, ਵਸਤਰਾਂ ਸ਼ਸਤਰਾਂ ਸਹਿਤ ਇਸ ਟੋਏ ਦੇ ਅੰਦਰ ਉਹਨਾਂ ਦੇ ਸਰੀਰ ਸੁੱਟ ਦਿਓ। ਸੁਨ ਕਰ ਲੱਗੇ ਕਰਨ ਬਿਦ ਤੈਸੀ, ਜਾਏ ਖੇਤ ਤੇ ਲਿਆਓ ਉਚਾਏ। ਹੁਣ ਜਿਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਆਖਣੇ ਕੀਤੇ ਸਨ, ਉਸੇ ਤਰ੍ਹਾਂ ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨ ਕਰਕੇ ਸਾਧ ਸੰਗਤ ਤੁਰਕਾਂ ਦੇ ਜਿਹੜੇ ਮ੍ਰਿਤਕ ਸਰੀਰ ਸਨ, ਉਹਨਾਂ ਨੂੰ ਵਸਤਰਾਂ ਸ਼ਸਤਰਾਂ ਸਹਿਤ ਚੁੱਕ ਕੇ ਲਿਆ ਕੇ ਉਸ ਟੋਏ ਦੇ ਵਿੱਚ ਸੁੱਟਣ ਲੱਗੇ। ਮਰੇ ਤੁਰਕ ਜੇ ਪਰੇ ਰੇ ਰਣ, ਸਭਨ ਉਠਾਏ ਗਰਤ ਦੇ ਪਾਏ। ਸਤਿਗੁਰੂ ਜੀ ਦੇ ਹੁਕਮਾਂ ਨਾਲ ਜਿੰਨੇ ਵੀ ਤੁਰਕ ਰਣ ਖੇਤਰ ਦੇ ਅੰਦਰ ਮਾਰੇ ਗਏ ਸਨ,
ਉਹਨਾਂ ਸਾਰਿਆਂ ਦੇ ਸਰੀਰ ਵਸਤਰਾਂ ਸ਼ਸਤਰਾਂ ਸਹਿਤ ਲਿਆ ਕਰਕੇ ਟੋਏ ਦੇ ਅੰਦਰ ਸੁੱਟੇ ਗਏ ਹਨ। ਕਨੇ ਸਿੱਖ ਅਰ ਰਾਹਕ ਲਾਗੇ ਅਪਰਤ ਮਾਸ ਬੀਨ ਤੇ ਆਏ। ਬਹੁਤ ਸਿੱਖ ਇਸ ਕਾਰਜ ਦੇ ਵਿੱਚ ਲੱਗੇ ਹੋਏ ਨੇ। ਕਈ ਇਲਾਕੇ ਦੇ ਕਿਸਾਨ ਵੀ ਇਹ ਕੰਮ ਕਰਨ ਦੇ ਵਿੱਚ ਲੱਗੇ ਹੋਏ ਨੇ। ਹੋਰ ਜਿਹੜੇ ਵੀ ਤਮਾਸ਼ਬੀਨ ਆਏ ਨਾ, ਉਹ ਸਾਰੇ ਤੁਰਕਾਂ ਦੀਆਂ ਲੋਥਾਂ ਨੂੰ ਚੁੱਕ ਚੁੱਕ ਕੇ ਜਾਂ ਘਸੀਟ ਘਸੀਟ ਕੇ ਲਿਆ ਰਹੇ ਹਨ। ਗੁਰੂ ਹੁਕਮ ਕੋ ਮਾਨ ਮਾਨ ਕਰ ਲੋਥ ਉਠਾਏ ਘਸੀਟਤ ਲਿਆਏ। ਹੁਣ ਸਤਿਗੁਰੂ ਜੀ ਦਾ ਹੁਕਮ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਹੁਕਮਾਂ ਦੇ ਅਨੁਸਾਰੀ ਉਹਨਾਂ ਸਾਰੇ ਤੁਰਕ ਸੈਨਿਕਾਂ ਦੇ ਸਰੀਰਾਂ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕੀਤਾ ਜਾ ਰਿਹਾ ਹੈ। ਸ਼ਾਸਤਰ ਵਸਤਰ ਕੇ ਸਹਿਤ ਸੁਗੇ ਰਹਿ ਪੂਰਨ ਕਰਿਓ ਤੁਰਤ ਸਮੁਦਾਏ। ਸ਼ਸਤਰਾਂ ਵਸਤਰਾਂ ਸਹਿਤ ਉਹਨਾਂ ਸਾਰੇ ਤੁਰਕਾਂ ਦੇ ਸਰੀਰ ਟੋਏ ਵਿੱਚ ਸੁੱਟ ਦਿੱਤੇ ਹਨ ਤੇ ਛੇਤੀ ਹੀ ਇਹ ਸਾਰਾ ਕਾਰਜ ਪੂਰਾ ਹੋ ਗਿਆ ਹੈ। ਕੋ ਲਿਆਵਤ ਕੋ ਧਾਵਤ ਜਾਵਤ ਭਈ ਆਨੰਦਤ ਜੈ ਗੁਰ ਜਾਨ। ਕੋਈ ਸਾਧ ਸੰਗਤ ਤੁਰਕਾਂ ਦਾ ਸਰੀਰ ਲਿਆਉਂਦਾ ਪਿਆ ਸੀ, ਕੋਈ ਲੈਣ ਵਾਸਤੇ ਜਾ ਰਿਹਾ ਸੀ। ਸਤਿਗੁਰੂ ਜੀ ਦੀ ਜਿੱਤ ਹੋਈ ਜਾਣ ਕੇ ਸਾਰੇ ਬਹੁਤ ਪ੍ਰਸੰਨ ਹਨ। ਗਨ ਤੁਰਕਾਨ ਹਾਨ ਕਰ ਪ੍ਰਾਨਨ ਅਚਰਜ ਸਭ ਕੇ ਭਇਓ ਮਹਾਨ। ਸਾਰੇ ਤੁਰਕਾਂ ਦੇ ਪ੍ਰਾਣ ਲੈ ਕਰਕੇ ਸਤਿਗੁਰੂ ਜੀ ਨੇ ਇਲਾਕੇ ਦੇ ਜਿੰਨੇ ਵੀ ਲੋਕ ਉੱਥੇ ਆਏ ਨੇ ਨਾ, ਉਹਨਾਂ ਸਾਰਿਆਂ ਨੂੰ ਵੱਡੀ ਹੈਰਾਨੀ ਵਿੱਚ ਪਾ ਦਿੱਤਾ ਹੈ। ਜਹ ਜਹ ਸੁਨਤ ਬਿਖਨ ਹਿਤ ਧਾਏ ਭਇਓ ਸਮੂਹ ਨਰਨ ਕੋ ਆਨ। ਜਿਸ ਨੇ ਵੀ ਕੰਨਾਂ ਦੇ ਨਾਲ ਸਤਿਗੁਰੂ ਜੀ ਦੀ ਜੰਗ ਦੀ ਬਾਬਤ ਸੁਣਨਾ ਕੀਤਾ ਤੇ ਸੁਣਨ ਤੋਂ ਬਾਅਦ ਵੇਖਣ ਵਾਸਤੇ ਦੌੜਿਆ ਆ ਗਿਆ। ਲੋਕਾਂ ਦਾ ਵੱਡਾ ਹਜ਼ੂਮ ਉੱਥੇ ਇਕੱਠਾ ਹੋ ਗਿਆ ਹੈ। ਗਰਤ ਪੂਰ ਕਰ ਉਪਰ ਧਰ ਕਰ ਪੁਨ ਉਮਰਾਵ ਲਿਆਏ ਤਿਸ ਥਾਨ। ਸਾਰੇ ਤੁਰਕ ਸੈਨਿਕਾਂ ਨੂੰ ਟੋਏ ਦੇ ਵਿੱਚ ਲਿਆ ਕਰਕੇ ਉਹਨਾਂ ਦੇ ਉੱਪਰ ਉਹਨਾਂ ਪੰਜੇ ਉਮਰਾਵ ਸੈਨਾਪਤੀਆਂ ਦੀਆਂ ਲਾਸ਼ਾਂ ਰੱਖੀਆਂ ਗਈਆਂ ਹਨ। ਇਕ ਮਹਾਰਾਜ ਕੋ ਸਿੱਖ ਤੋ ਬਿਤ ਕਮਰ ਵੇਗ ਲੋਥ ਕੋ ਦੇਖ। ਹੁਣ ਸਾਧ ਸੰਗਤ ਇੱਕ ਮਹਾਰਾਜ ਦਾ ਰਹਿਣ ਵਾਲਾ ਸਿੱਖ ਸੀ। ਉਹਨੇ ਜਦੋਂ ਲੋਥਾਂ ਦੇ ਵਿੱਚ ਕਮਰ ਵੇਗ ਦੀ ਲੋਥ ਨੂੰ ਵੇਖਣਾ ਕੀਤਾ। ਲੁੱਟ ਗਈ ਤਰਵਾਰ ਨਗਨ ਕੀ ਜਿਸ ਕੀ ਕੀਮਤ ਹੁਤੀ ਵਸੇਖ। ਤੇ ਉਸ ਮਹਾਰਾਜ ਦੇ ਰਹਿਣ ਵਾਲੇ ਸਿੱਖ ਨੇ ਕੀ ਵੇਖਣਾ ਕੀਤਾ ਵੀ ਜਿਹੜੀ ਕਮਰ ਵੇਗ ਦੇ ਹੱਥ ਦੇ ਵਿੱਚ ਤਲਵਾਰ ਪਕੜੀ ਹੋਈ ਹੈ, ਉਹ ਤਲਵਾਰ ਦੀ ਨਾ ਜਿਹੜੀ ਮੁੱਠ ਹੈ ਉਹ ਸੁੰਦਰ ਨਗੀਨਿਆਂ ਦੇ ਨਾਲ ਜੜੀ ਹੋਈ ਹੈ। ਹਰ ਫੁਲਾਦ ਕੀ ਘੜੀ ਲਿਆਵਤ ਬਹੁ ਸੁੰਦਰ ਕੋ ਤਿਸ ਕੇ ਪੇਖ। ਉਹਨੇ ਜਾਣਨਾ ਕੀਤਾ ਵੀ ਇਹ ਜਿਹੜੀ ਤਲਵਾਰ ਦੀ ਮੁੱਠ ਹੈ ਇਹ ਬੜੀ ਕੀਮਤੀ ਹੈ। ਤਿੱਖੇ ਲੋਹੇ ਦੀ ਵਿਦੇਸ਼ਾਂ ਵਿੱਚ ਬਣੀ ਹੋਈ ਸੁੰਦਰ ਤਲਵਾਰ ਨੂੰ ਵੇਖ ਕਰਕੇ ਸੋ ਲੈ ਕਰ ਕਿਸ ਥਾਨ ਦੁਰਾਈ ਜਿਸ ਥਲ ਕੋਏ ਨ ਸਕੈ ਪਰੇਖ। ਉਹਨੇ ਬਾਕੀ ਸਾਰਿਆਂ ਤੋਂ ਅੱਖ ਬਚਾਉਂਦਿਆਂ ਹੋਇਆਂ ਕਮਰ ਬੇਗ ਦੀ ਉਹ ਤਲਵਾਰ ਨੂੰ ਉਹਦੇ ਹੱਥ ਦੇ ਵਿੱਚੋਂ ਛੁਡਾ ਕੇ ਚੁੱਕ ਲਿਆ ਤੇ ਕਿਤੇ ਇਹੋ ਜਿਹੇ ਸਥਾਨ ਤੇ ਲੁਕਾਉਣਾ ਕੀਤਾ ਜਿੱਥੇ ਸਾਧ ਸੰਗਤ ਕੋਈ ਹੋਰ ਉਸ ਤਲਵਾਰ ਨੂੰ ਵੇਖ ਨਾ ਸਕੇ। ਗੁਰ ਪੈ ਧਾਰ ਸੁਪਾਵਨ ਕੀਨਸ ਮਹਾ ਲੋਭ ਅਰ ਬਿਖ ਤਰਵਾਰ। ਹੁਣ ਸਤਿਗੁਰੂ ਜੀ ਦਾ ਡਰ ਵੀ ਸੀ, ਕਿਉਂਕਿ ਜੇ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗ ਗਿਆ, ਉਹਨੂੰ ਪਤਾ ਸੀ ਵੀ ਜਾਨ ਵੀ ਜਾ ਸਕਦੀ ਹੈ, ਕਿਉਂਕਿ ਗੁਰੂ ਦੇ ਹੁਕਮਾਂ ਦੀ ਅਦੂਲੀ ਹੈ। ਪਾਤਸ਼ਾਹ ਨੇ ਉੱਥੇ ਬਚਨ ਆਖਿਆ ਸੀ ਵੀ ਇਹਨਾਂ ਦੇ ਸ਼ਸਤਰ ਬਸਤਰ ਜਿਵੇਂ ਹੈਗੇ ਨੇ ਉਸੇ ਤਰ੍ਹਾਂ ਇਹਨਾਂ ਨੂੰ ਜ਼ਮੀਨ ਦੋਜ਼ ਭਾਵ ਦਫਨ ਕਰਨਾ ਹੈ। ਸਤਿਗੁਰੂ ਜੀ ਦਾ ਡਰ ਕਰਕੇ ਉਹਨੇ ਤਲਵਾਰ ਲੁਕਾ ਦਿੱਤੀ ਤੇ ਉਸ ਕੀਮਤੀ ਤਲਵਾਰ ਨੂੰ ਵੇਖ ਕਰਕੇ ਉਹਦੇ ਮਨ ਦੇ ਵਿੱਚ ਵਿਸ਼ਾਲ ਲੋਭ ਜਾਗ ਪਿਆ। ਅਪਰਨ ਕਿਨਹੂ ਤਹਿ ਕੁਸ ਲੀਨਸ ਪਾਏ ਗਰਤ ਮਹਿ ਕਈ ਹਜ਼ਾਰ। ਹੋਰ ਕਿਸੇ ਨੇ ਵੀ ਕੋਈ ਵਸਤ ਤੁਰਕਾਂ ਦੀ ਲੈਣੀ ਨਾ ਕੀਤੀ, ਸਗੋਂ ਕਈ ਹਜ਼ਾਰ ਤੁਰਕਾਂ ਨੂੰ
ਉਸ ਟੋਏ ਦੇ ਵਿੱਚ ਉਹਨਾਂ ਦੇ ਸ਼ਸਤਰਾਂ ਬਸਤਰਾਂ ਸਮੇਤ ਸੁੱਟਣਾ ਕੀਤਾ। ਮ੍ਰਿਤਕਾ ਪਾਈ ਮ੍ਰਿਤਕਾਂ ਨੂੰ ਉੱਪਰ ਕਰਿਓ ਸਥੰਡਲ ਤੁੰਗ ਸੁਧਾਰ। ਹੁਣ ਜਿਵੇਂ ਸਤਿਗੁਰੂ ਜੀ ਨੇ ਬਚਨ ਆਖਣਾ ਕੀਤਾ ਸੀ, ਉਸੇ ਤਰ੍ਹਾਂ ਉਸ ਟੋਏ ਦੇ ਉੱਤੇ ਮਿੱਟੀ ਪਾ ਕਰਕੇ ਫਿਰ ਸਵਾਰ ਕੇ ਨਾ ਉਹਦੇ ਉੱਤੇ ਬੈਠਣ ਦੇ ਲਈ ਇੱਕ ਸੋਹਣਾ ਥੜਾ ਤਿਆਰ ਕੀਤਾ ਗਿਆ। ਸਭ ਬਨਾਈ ਕਰ ਸਤਿਗੁਰ ਕੀ ਟਿਕ ਕਹਿਓ ਜਾਏ ਕਰ ਬਨੋ ਸੁਤਿਆਰ। ਜਦੋਂ ਥੜਾ ਬਣ ਕੇ ਤਿਆਰ ਹੋ ਗਿਆ, ਸਾਧ ਸੰਗਤ ਫਿਰ ਸਿੱਖ ਸਤਿਗੁਰੂ ਕੋਲ ਪਹੁੰਚੇ। ਜਾ ਕੇ ਬਚਨ ਆਖਣੇ ਕੀਤੇ ਵੀ ਪਾਤਸ਼ਾਹ ਜੀ, ਜਿਵੇਂ ਤੁਸੀਂ ਹੁਕਮ ਕੀਤਾ ਸੀ ਉਸੇ ਤਰ੍ਹਾਂ ਦਾ ਥੜਾ ਅਸੀਂ ਤਿਆਰ ਕਰ ਦਿੱਤਾ ਹੈ। ਸ੍ਰੀ ਹਰਿਗੋਬਿੰਦ ਸੌਤ ਕਰੀ ਸਭ ਪੁੰਨ ਸਨਾਨ ਕਰ ਸ਼ਸਤਰ ਸਜਾਏ। ਇਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੌਚ ਇਸ਼ਨਾਨ ਕਿਰਿਆਵਾਂ ਨੂੰ ਸੋਧ ਕਰਕੇ ਆਪਣੇ ਤਨ ਉੱਤੇ ਨਵੀਨ ਵਸਤਰ ਉੱਪਰ ਸ਼ਸਤਰ ਸੁਸ਼ੋਭਿਤ ਕੀਤੇ। ਦੋਈ ਘਟਕਾ ਦਿਨ ਰਹਿਓ ਤਬੈ ਲਗ ਗਮਨੇ ਸੰਗ ਜੋਤ ਬੁਲਵਾਏ। ਹਲੇ 2 ਘੜੀਆਂ ਦਿਨ ਬਤੀਤ ਹੋਣਾ ਰਹਿੰਦਾ ਹੈ ਤੇ ਸਤਿਗੁਰੂ ਜੀ ਨੇ ਰਾਏ ਜੋਧ ਨੂੰ ਬੁਲਾਉਣਾ ਕੀਤਾ ਤੇ ਰਾਏ ਜੋਧ ਨੂੰ ਨਾਲ ਲੈ ਕੇ ਪਾਤਸ਼ਾਹ ਜੀ ਚੱਲ ਪਏ ਹਨ। ਬੱਜੀ ਜੀਤ ਕੀ ਬੰਬ ਵਿਸਾਲੀ ਭਈ ਸਾਥ ਸਿੱਖ ਭੱਟ ਸਮੁਦਾਏ। ਜਿੱਤ ਦਾ ਨਗਾਰਾ ਬੜੀ ਉੱਚੀ ਆਵਾਜ਼ ਦੇ ਵਿੱਚ ਵੱਜਿਆ ਤੇ ਸੂਰਬੀਰ ਸਿੱਖ ਸਤਿਗੁਰੂ ਜੀ ਦੇ ਨਾਲ ਚੱਲਣ ਲੱਗੇ। ਚੜੇ ਸਥੰਡਲ ਪਰ ਗੁਰੂ ਪੂਰਨ ਆਛੋ ਫਰਸ ਤਹਾਂ ਕਰਵਾਏ। ਹੁਣ ਉਸ ਥੜੇ ਦੇ ਉੱਪਰ ਜਿੱਥੇ ਬਹੁਤ ਸੋਹਣੇ ਨਵੇਂ ਵਸਤਰ ਵਿਛਾਏ ਗਏ ਨੇ, ਉਸ ਥੜੇ ਦੇ ਨੇੜੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਪਹੁੰਚਣਾ ਕੀਤਾ ਤੇ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਉਸ ਸਮੇਂ ਗੁਰੂ ਕੇ ਰਬਾਬੀ ਸਿੱਖ ਵੀ ਪਹੁੰਚੇ ਨੇ ਗੁਰਬਾਣੀ ਕੀਰਤਨ ਕਰਨ ਦੇ ਲਈ। ਦਤਾਰ ਪਾਤਸ਼ਾਹ ਉੱਥੇ ਫਿਰ ਕੀ ਚੋਜ ਵਰਤਾਉਂਦੇ ਨੇ ਸਾਧ ਸੰਗਤ, ਉਹ ਰਹਿੰਦਾ ਇਤਿਹਾਸ ਕੱਲ ਦੇ ਦਿਨ ਵਿਚਾਰਨਾ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ। ਆਓ ਅਦਬ ਸਹਿਤ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਲਿਖੈ ਕਤਹਿ ਨ ਛੂਟੀਐ ਖਿਨ ਖਿਨ ਭੂਲਣ ਹਾਰ। ਬਖਸ਼ਣ ਹਾਰੈ ਬਖਸ਼ ਲੈ ਨਾਨਕ ਪਾਰ ਉਤਾਰ। ਬਖਸ਼ਣ ਹਾਰੈ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।